ਕੀ ਸਿਰਫ ਮਿੱਠਾ ਖਾਣ ਦੇ ਨਾਲ ਡਾਇਬੀਟੀਜ਼ ਹੋ ਸਕਦੀ ਹੈ ਜਾਂ ਕੁਝ ਹੋਰ ਕਾਰਨ ਵੀ ਹੋ ਸਕਦੇ ਆ? ਸਾਡੀ ਜਿਹੜੀ ਰਿਸਕ ਹੈ ਸ਼ੱਕਰ ਰੋਗ ਹੋਣ ਦਾ, ਡਾਇਬੀਟੀਜ਼ ਹੋਣ ਦਾ, ਇਹ ਆਲਮੋਸਟ ਡਬਲ ਹੈ। ਜੇ ਇਹ ਸ਼ੁਰੂਆਤ ਦੇ ਵਿੱਚ ਹੌਲੀ-ਹੌਲੀ ਬਿਲਡ ਅਪ ਹੋ ਰਹੀ ਹੈ ਤਾਂ ਸਾਨੂੰ ਕੋਈ ਸਿੰਪਟਮਸ ਨਹੀਂ ਹੋਣਗੇ ਜਦ ਤੱਕ ਕਾਫੀ ਐਡਵਾਂਸ ਸਟੇਜ ਨਹੀਂ ਆ ਜਾਂਦੀ। ਵੀ ਮੇ ਨਾਟ ਲੁੱਕ ਓਵਰਵੇਟ ਔਰ ਓਬੀਸ, ਲੇਕਿਨ ਸਾਡਾ ਰਿਸਕ ਬਹੁਤ ਜਲਦੀ ਵਧਣਾ ਸ਼ੁਰੂ ਹੋ ਜਾਂਦਾ। ਸੋ 90% ਟੋਟਲ ਡਾਇਬੀਟੀਜ਼ ਦੇ ਕੇਸਿਸ ਜਿਹੜੇ ਹੈ ਉਹ ਟਾਈਪ 2 ਦੇ ਹੀ ਨੇ, ਸਿਰਫ 10% ਟਾਈਪ 1 ਹੈ। ਗੁੱਡ ਆਫਟਰਨੂਨ, CKYR 106.7 ਰੈਡ FM ਤੇ ਪ੍ਰੋਗਰਾਮ ਰੋਸ਼ਨੀ 'ਚ ਆਪਣੇ ਸਾਰੇ ਹੀ ਲਿਸਨਰਸ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਕੌਰ। ਅੱਜ 14 ਨਵੰਬਰ ਤੇ ਵੀਕਐਂਡ ਤੋਂ ਬਾਅਦ ਅਸੀਂ ਵਾਪਸ ਆਏ ਹਾਂ। ਤੁਸੀਂ ਸਾਰੇ ਜਣੇ ਆਪੋ ਆਪਣੀ ਥਾਂ ਠੀਕ ਹੋਵੋਗੇ, ਵੀਕਐਂਡ ਸੋਹਣਾ ਬਿਤਾਇਆ ਹੋਏਗਾ। ਇਸ ਗੱਲ ਦੀ ਆਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ। ਖਿਆਲ ਰੱਖਣਾ ਆਪਣੀ ਸਿਹਤ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ 14 ਨਵੰਬਰ ਅਸੀਂ ਗੱਲਬਾਤ ਕਰਨੀ ਆ ਵਰਲਡ ਡਾਇਬੀਟੀਜ਼ ਡੇ ਦੇ ਸੰਬੰਧ ਦੇ ਵਿੱਚ। ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਕੋਲ ਹੁੰਦੀ ਹੈ। ਅਸੀਂ ਕਹਿੰਦੇ ਆ ਕਿ ਬਈ ਹਾਂ ਲੋਕ ਮਿੱਠਾ ਬਹੁਤ ਖਾਂਦੇ ਆ, ਖਾਸ ਤੌਰ 'ਤੇ ਆਪਣੇ ਭਾਈਚਾਰੇ ਦੀ ਜਦੋਂ ਗੱਲ ਕੀਤੀ ਜਾਵੇ ਤਾਂ ਇੰਨਾ ਮਿੱਠਾ ਖਾਂਦੇ ਆ ਕਿ ਸ਼ੂਗਰ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਪਰ ਕੀ ਸਿਰਫ ਮਿੱਠਾ ਖਾਣ ਦੇ ਨਾਲ ਡਾਇਬੀਟੀਜ਼ ਹੋ ਸਕਦੀ ਹੈ ਜਾਂ ਕੁਝ ਹੋਰ ਕਾਰਨ ਵੀ ਹੋ ਸਕਦੇ ਆ? ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਵਰਲਡ ਡਾਇਬੀਟੀਜ਼ ਡੇ ਜਿਹੜਾ ਹੈ ਬਹੁਤ ਹੀ ਸੀਰੀਅਸਲੀ ਲਿਆ ਜਾਂਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ। ਤਾਂ ਹੀ ਇਹ ਦਿਨ ਮੁਕਰਰ ਕੀਤਾ ਗਿਆ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਉਹ ਦੁਨੀਆ ਭਰ ਦੇ ਲੋਕਾਂ ਵਿੱਚ ਹੋਵੇ। ਤੇ ਅਸੀਂ ਰੈਡ FM ਦੇ ਮੰਚ ਤੋਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਟੂ ਰੇਜ਼ ਅਵੇਅਰਨੈਸ ਅਬਾਊਟ ਦਿਸ। ਗਲੋਬਲੀ ਬਹੁਤ ਸਾਰੇ ਲੋਕ ਨੇ, ਅਰਾਊਂਡ 422 ਮਿਲੀਅਨ ਪੀਪਲ, ਜਿਨ੍ਹਾਂ ਨੂੰ ਕਿ ਸ਼ੱਕਰ ਰੋਗ, ਜਿਹਨੂੰ ਅਸੀਂ ਸ਼ੂਗਰ ਕਹਿ ਦਿੰਦੇ ਹਾਂ, ਡਾਇਬੀਟੀਜ਼ ਦੇ ਸ਼ਿਕਾਰ ਨੇ। ਤੇ ਇਹਦੇ ਨਾਲ 1.5 ਮਿਲੀਅਨ ਡੈਥਸ ਜਿਹੜੀਆਂ ਉਹ ਡਾਇਰੈਕਟਲੀ ਡਾਇਬੀਟੀਜ਼ ਦੇ ਨਾਲ ਰਿਲੇਟਡ ਹਰ ਸਾਲ ਹੋ ਰਹੀਆਂ ਨੇ ਲੋਕਾਂ ਦੀਆਂ। ਤੇ ਅਸੀਂ ਇਹ ਗੱਲ ਕਰਨ ਵਾਸਤੇ ਅੱਜ ਡਾਕਟਰ ਆਸ਼ਨਾ ਗਿੱਲ ਹੋਣਾ ਨੂੰ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ। ਉਹ ਸਾਨੂੰ ਇਸ ਸੰਬੰਧ ਦੇ ਵਿੱਚ ਜਾਣਕਾਰੀ ਦੇਣਗੇ ਕਿ ਸਾਊਥ ਏਸ਼ੀਅਨ ਪਾਪੂਲੇਸ਼ਨ ਦੀ ਖਾਸ ਤੌਰ 'ਤੇ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਉਹ ਡੈਕਾ ਦੇ ਡਾਇਰੈਕਟਰ ਨੇ, ਐਂਡੋਕ੍ਰਿਨੋਲੋਜਿਸਟ ਨੇ, ਸਪੈਸ਼ਲਿਸਟ ਨੇ। ਸੋ ਇਸ ਕਰਕੇ ਅੱਜ ਦੀ ਜਾਣਕਾਰੀ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਸੁਣਨਾ ਤੇ ਅਪਣਾਉਣਾ ਵੀ। ਡਾਕਟਰ ਆਸ਼ਨਾ ਗਿੱਲ ਸ਼ਾਮਲ ਹੋ ਚੁੱਕੇ ਨੇ। ਸਵਾਗਤ ਹੈ ਤੁਹਾਡਾ। ਗੁੱਡ ਆਫਟਰਨੂਨ। ਥੈਂਕ ਯੂ ਗੁਰਪ੍ਰੀਤ। ਗੁੱਡ ਆਫਟਰਨੂਨ। ਥੈਂਕ ਯੂ ਫॉर ਹੈਵਿੰਗ ਮੀ। ਜੀ, ਸੋ ਅੱਜ ਵਰਲਡ ਡਾਇਬੀਟੀਜ਼ ਡੇ ਹੈ। ਤੁਸੀਂ ਐਜ਼ ਐਨ ਐਕਸਪਰਟ ਇਸ ਡੇ ਨੂੰ ਕਿਵੇਂ ਆਬਜ਼ਰਵ ਕਰਦੇ ਹੋ? ਹਾਂਜੀ ਗੁਰਪ੍ਰੀਤ, ਇਟਸ ਡਾਇਬੀਟੀਜ਼ ਜਿਹੜਾ ਹੈ ਇਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਇੱਕ ਐਪੀਡੈਮਿਕ ਬਣ ਗਿਆ ਦੁਨੀਆ ਦੇ ਵਿੱਚ। ਕ੍ਰੋਨਿਕ ਡਿਜ਼ੀਜ਼ ਹੈ ਤੇ ਕਿਉਂਕਿ ਇੰਨੀ ਸਾਇਲੈਂਟਲੀ ਹੌਲੀ ਪ੍ਰੋਗਰੈਸ ਹੁੰਦੀ ਹੈ ਤੇ ਇਹਦੀਆਂ ਇੰਨੀਆਂ ਕੰਪਲਿਕੇਸ਼ਨਸ ਹੁੰਦੀਆਂ ਕਿ ਆਈ ਥਿੰਕ ਇੱਕ ਦਿਨ ਮੁਕਰਰ ਕਰ ਲੈਣ ਦੇ ਨਾਲ ਤੇ ਉਸ ਬਿਮਾਰੀ ਤੇ ਫੋਕਸ ਕਰ ਲੈਣ ਦੇ ਨਾਲ ਕੁਝ ਫਾਇਦੇ ਹੁੰਦੇ ਆ, ਜਿਵੇਂ ਕਿ ਅਸੀਂ ਮੈਸੇਜਸ ਪਹੁੰਚਾ ਸਕਦੇ ਹਾਂ ਆਪਣੀ ਪੋਪੂਲੇਸ਼ਨ ਤੱਕ। ਇਹਦੇ ਬਾਰੇ ਡਿਸਕਸ਼ਨਸ ਹੋ ਸਕਦੀਆਂ, ਜਿਵੇਂ ਅੱਜ ਅਸੀਂ ਬੈਠੇ ਤੇ ਡਿਸਕਸ਼ਨ ਕਰ ਰਹੇ ਹਾਂ। ਸੋ ਇਸ ਇੱਕ ਦਿਨ ਨੂੰ ਮੁਕਰਰ ਕਰ ਲੈਣਾ ਇਹਦੇ ਬਾਰੇ ਗੱਲਬਾਤ ਕਰਨ ਲਈ ਬਹੁਤ ਜ਼ਰੂਰੀ ਹੈ। ਪਰ ਉਸ ਤੋਂ ਵੀ ਜ਼ਰੂਰੀ ਹੈ ਕਿ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਹਨੂੰ ਫਿਰ ਭੁੱਲ ਨਾ ਜਾਈਏ ਕਿ ਅੱਜ 14th ਨਵੰਬਰ ਨੂੰ ਗੱਲ ਕਰਕੇ ਤੇ ਫਿਰ ਕੱਲ ਨੂੰ ਭੁੱਲ ਜਾਈਏ, ਇਸ ਤਰ੍ਹਾਂ ਨਹੀਂ। ਸੋ ਇਟ ਇਜ਼ ਇੰਪੋਰਟੈਂਟ ਟੂ ਕੀਪ ਟਾਕਿੰਗ ਅਬਾਊਟ ਦਿਸ। ਜੀ, ਔਰ ਇਸੇ ਕਰਕੇ ਉਹਨਾਂ ਨੇ ਕਿਹਾ, ਕਹਿੰਦੇ ਕਿ ਐਜੂਕੇਸ਼ਨ ਟੂ ਪ੍ਰੋਟੈਕਟ ਟੂਮੋਰੋ, ਔਰ ਇਸੇ ਥੀਮ ਔਰ ਕੈਂਪੇਨ ਨੂੰ ਲੈ ਕੇ ਚੱਲਦੇ ਪਏ ਆ। ਰਾਈਟ। when it comes to South Asian population, ਅਸੀਂ ਰੇਡੀਓ ਤੇ ਬਹੁਤ ਸਾਰੇ ਅਜਿਹੇ ਹੀ ਪਾਪੂਲੇਸ਼ਨ ਔਰ ਡੈਮੋ ਨੂੰ ਸਰਵ ਕਰ ਰਹੇ ਹਾਂ। ਕੀ ਦੇਖਦੇ ਹੋ ਤੁਸੀਂ ਸਾਡੇ ਨੰਬਰਸ? ਜੀ, ਸੋ ਸਾਊਥ ਏਸ਼ੀਅਨ ਪਾਪੂਲੇਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਰਿਸਕ ਹੈ ਸ਼ੱਕਰ ਰੋਗ ਹੋਣ ਦਾ, ਡਾਇਬੀਟੀਜ਼ ਹੋਣ ਦਾ, ਇਹ ਆਲਮੋਸਟ ਡਬਲ ਹੈ ਜੇ ਅਸੀਂ ਕਾਕੇਸ਼ੀਅਨ ਪਾਪੂਲੇਸ਼ਨ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ। ਸੋ ਰਫ ਨੰਬਰਸ ਹੈਗੇ ਆ, ਪਰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜੇ ਅਸੀਂ 100 ਸਾਊਥ ਏਸ਼ੀਅਨ ਪੀਪਲ ਨੂੰ ਲਈਏ ਤਾਂ ਤਕਰੀਬਨ 8 ਜਾਂ 9, ਈਵਨ ਅਪ ਟੂ 10 ਆਊਟ ਆਫ 100 will develop diabetes in their lifetime। ਤੇ ਇਹ ਸਿਰਫ ਉਹ ਅੰਕੜੇ ਹੈ ਜਿਹੜੇ ਅਸੀਂ ਡਾਇਗਨੋਜ਼ ਕਰਦੇ ਹਾਂ। ਫਿਰ ਉਸ ਤੋਂ ਬਾਅਦ ਆ ਜਾਂਦੇ ਕੁਝ ਲੋਕ ਉਹ ਜਿਨ੍ਹਾਂ ਦੇ ਵਿੱਚ ਪ੍ਰੀ ਡਾਇਬੀਟੀਜ਼ ਹੈ, ਯਾਨੀ ਆਲਮੋਸਟ ਡਾਇਬੀਟੀਜ਼ ਹੋਣ ਵਾਲੀ ਹੈ। ਸੋ ਮੇ ਬੀ ਅਨਦਰ 15 to 20 people out of 100 will have that। and then there may be some ਜਿਨ੍ਹਾਂ ਨੂੰ already diabetes ਹੈ ਪਰ ਉਹ ਡਾਇਗਨੋਜ਼ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਚੈੱਕ ਨਹੀਂ ਕਰਾਇਆ। ਸੋ ਜੇ ਅਸੀਂ ਟੈਸਟ ਨਹੀਂ ਕਰਾਂਗੇ ਤਾਂ ਸਾਨੂੰ ਪਤਾ ਨਹੀਂ ਲੱਗੇਗਾ। ਜੀ,
ਬਹੁਤ ਸਾਰੀ ਜਨਤਾ ਅਜਿਹੀ ਹੈ ਜਿਹੜੀ ਇਹ ਸੋਚਦੀ ਹੈ ਕਿ ਮੈਨੂੰ ਤਾਂ ਕੁਝ ਨਹੀਂ ਹੋਇਆ, ਚੰਗਾ ਭਲਾ ਅਸੀਂ ਚੱਲੀ ਜਾਂਦੇ ਹਾਂ, ਸਾਨੂੰ ਕੀ ਪਤਾ, ਅਸੀਂ ਜਿੰਨੀ ਦੇਰ ਤੱਕ ਠੀਕ ਆ ਸਾਨੂੰ ਡਾਕਟਰ ਦੇ ਜਾਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਹਾਂਜੀ। ਸੋ ਇਜ਼ ਦੈਟ ਵਾਈ ਕਿ ਉਹ ਅਨਰਿਪੋਰਟਡ ਰਹਿ ਜਾਂਦੇ ਆ? ਬਿਲਕੁਲ, ਦੈਟ ਇਜ਼ ਵਾਈ, ਕਿਉਂਕਿ ਇਹ ਇੱਕ ਸਾਇਲੈਂਟ ਡਿਜ਼ੀਜ਼ ਹੈ। ਇਹ ਜਦੋਂ ਸ਼ੁਰੂ ਹੁੰਦੀ ਹੈ, ਅਨਲੈਸ ਕਿ ਸ਼ੁਰੂ ਵਿੱਚ ਹੀ ਬਹੁਤ ਸੀਵੀਅਰ ਹੋਵੇ, ਫਿਰ ਸਾਨੂੰ ਪਤਾ ਲੱਗਦਾ ਕਿ ਓਕੇ ਸਾਨੂੰ ਪਿਆਸ ਜ਼ਿਆਦਾ ਲੱਗ ਰਹੀ ਹੈ ਜਾਂ ਬਾਰ-ਬਾਰ ਵਾਸ਼ਰੂਮ ਜਾਣਾ ਪੈ ਰਿਹਾ ਹੈ, ਯੂਰਿਨ ਜ਼ਿਆਦਾ ਆ ਰਿਹਾ ਹੈ, ਵੇਟ ਘਟ ਰਿਹਾ ਹੈ, ਮੂੰਹ ਸੁੱਕ ਰਿਹਾ ਹੈਗਾ। ਪਰ ਜੇ ਇਹ ਸ਼ੁਰੂਆਤ ਦੇ ਵਿੱਚ ਹੌਲੀ-ਹੌਲੀ ਬਿਲਡ ਅਪ ਹੋ ਰਹੀ ਹੈ ਤਾਂ ਸਾਨੂੰ ਕੋਈ ਸਿੰਪਟਮਸ ਨਹੀਂ ਹੋਣਗੇ ਜਦ ਤੱਕ ਕਾਫੀ ਐਡਵਾਂਸ ਸਟੇਜ ਨਹੀਂ ਆ ਜਾਂਦੀ। Diabetes Canada released a new 2022 figures Yes. ਜਿਹੜੇ ਕਿ ਸ਼ੋ ਕਰਦੇ ਆ ਕਿ ਕੰਟੀਨਿਊਡ ਰਾਈਜ਼ਿੰਗ ਟ੍ਰੈਂਡ ਹੈ ਆਪਣੇ ਕੈਨੇਡਾ ਦੇ ਵਿੱਚ ਡਾਇਬੀਟੀਜ਼ ਦਾ, ਜਿਹਦੇ ਕਿ ਸਾਈਨਸ ਜਿਹੜੇ ਹੈ ਉਹ ਘਟਦੇ ਨਹੀਂ ਜਾਂ ਲੈਵਲ ਜਿਹੜੇ ਆ ਘਟਦੇ ਨਹੀਂ, ਵੱਧਦੇ ਹੀ ਜਾਂਦੇ ਆ ਅੱਗੇ ਤੋਂ ਅੱਗੇ। ਤਾਂ ਕਿਉਂਕਿ ਹੁਣ ਅਸੀਂ ਕੈਨੇਡੀਅਨਸ ਨੂੰ ਵੀ ਓਵਰਆਲ ਲੈ ਕੇ ਚੱਲੀਏ ਐਂਡ ਵੀਵ ਡਿਸਕਸ ਸਾਊਥ ਏਸ਼ੀਅਨ ਪੋਪੂਲੇਸ਼ਨ, ਅਸੀਂ ਇੱਕ ਹਿੱਸਾ ਹਾਂ ਕੈਨੇਡੀਅਨ ਪੋਪੂਲੇਸ਼ਨ ਦਾ, ਤੇ ਜਦੋਂ ਅਸੀਂ ਆਪਣੇ ਆਪ ਨੂੰ ਸਾਊਥ ਏਸ਼ੀਅਨ ਪੋਪੂਲੇਸ਼ਨ ਵਰਸਸ ਕਾਕੇਸ਼ੀਅਨ ਪੋਪੂਲੇਸ਼ਨ ਵੇਖੀਏ ਫਿਰ ਤੁਹਾਡੇ ਸਾਹਮਣੇ ਕਿਹੋ ਜਿਹੇ ਆંકੜੇ ਆਉਂਦੇ ਆ? ਜੀ ਬਿਲਕੁਲ। ਸੋ ਜਿਹੜੇ ਤੁਸੀਂ ਨਵੇਂ ਫਿਗਰਸ ਦੀ ਗੱਲ ਕਰ ਰਹੇ ਹੋ, ਕੈਨੇਡੀਅਨ ਜਿਹੜੀ ਡਾਇਬੀਟੀਜ਼ ਕੈਨੇਡਾ ਜਿਹੜੀ ਨਵੇਂ ਫਿਗਰਸ ਆਏ ਨੇ ਕਿ ਤਕਰੀਬਨ ਮਿਲੀਅਨ ਕੈਨੇਡੀਅਨਸ ਆਲਰੇਡੀ ਡਾਇਬੀਟੀਜ਼ ਨਾਲ ਡਾਇਗਨੋਜ਼ ਹੋ ਚੁੱਕੇ ਨੇ, ਤੇ ਉਸ ਤੋਂ ਵੀ ਕਿਤੇ ਜ਼ਿਆਦਾ ਹੈ ਜਿਹੜੇ ਪ੍ਰੀ ਡਾਇਬੀਟੀਜ਼ ਜਿਨ੍ਹਾਂ ਨੂੰ ਹੈਗੀ ਹੈ। ਤੇ ਸਾਊਥ ਏਸ਼ੀਅਨਸ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਅਸੀਂ ਆਲਮੋਸਟ ਮਿਨੀਮਮ ਟੂ ਮਿਨੀਮਮ ਅਸੀਂ 2 ਗੁਣਾ ਜ਼ਿਆਦਾ ਅਸੀਂ ਐਟ ਰਿਸਕ ਹੈਗੇ ਹਾਂ ਐਜ਼ ਕੰਪੇਅਰ ਟੂ ਕਾਕੇਸ਼ੀਅਨ ਪੋਪੂਲੇਸ਼ਨ। ਸਿਰਫ ਸਾਊਥ ਏਸ਼ੀਅਨਸ ਹੀ ਨਹੀਂ ਬਲਕਿ ਕੁਝ ਹੋਰ ਵੀ ਐਥਨੀਸਿਟੀਜ਼ ਹੈਗੀਆਂ ਜਿਹੜੀਆਂ ਜ਼ਿਆਦਾ ਨੇ, ਪਰ ਅਸੀਂ ਅੱਜ ਸਾਊਥ ਏਸ਼ੀਅਨਸ ਤੇ ਫੋਕਸ ਕਰਾਂਗੇ। ਤੇ ਸਮ ਐਕਸਪਰਟ ਸੇ ਕਿ ਸਾਊਥ ਏਸ਼ੀਅਨਸ ਜਿਹੜੇ ਹੈਗੇ 2 ਤੋਂ ਲੈ ਕੇ 6 ਗੁਣਾ ਤੱਕ ਉਹਨਾਂ ਦੇ ਵਿੱਚ ਰਿਸਕ ਜ਼ਿਆਦਾ ਹੁੰਦਾ ਹੈ। ਮੈਂ ਸਿਰਫ ਕਹਿ ਲਓ ਕਿ ਬਹੁਤ ਮਿਨੀਮਲ ਜਿਹਾ ਇੱਕ ਆંકੜਾ ਦੇਵਾਂ ਤਾਂ ਅਸੀਂ ਐਟਲੀਸਟ ਵੀ ਆਰ ਡਬਲ ਦ ਰਿਸਕ as compared to a Caucasian person to develop diabetes। ਤੇ ਉਹਦਾ ਰੀਜ਼ਨ ਇਹ ਹੈਗਾ ਕਿ ਇੱਕ ਤਾਂ ਸਾਡੇ ਜੈਨੇਟਿਕਸ, ਠੀਕ ਹੈ, ਜਿਹੜੇ ਕਿ ਅਸੀਂ ਬਦਲ ਨਹੀਂ ਸਕਦੇ। ਸਾਡੀ ਪੋਪੂਲੇਸ਼ਨ ਦੇ ਵਿੱਚ ਅਗਰ ਕਿਸੇ ਦਾ weight ਜਿਹੜਾ ਹੈਗਾ ਉਹ ਇਸ ਲੈਵਲ ਤੇ ਹੈ ਕਿ ਉਹ ਦੇਖਣ ਨੂੰ ਲੱਗਦਾ ਨਹੀਂ ਕਿ ਦੇ ਆਰ ਓਵਰਵੇਟ, ਈਵਨ ਜੇ ਅਸੀਂ ਬੋਡੀ ਮਾਸ ਇੰਡੈਕਸ ਜਿਹੜਾ ਇੱਕ ਕੈਲਕੂਲੇਟਰ ਹੈ, ਸਭ ਨੂੰ ਪਤਾ ਹੋਏਗਾ, ਗੂਗਲ ਕਰੋ BMI, ਤੇ ਉਹਦੇ ਵਿੱਚ ਅਸੀਂ ਕਹਿ ਦਿੰਦੇ ਕਿ ਓਕੇ ਅਪ ਟੂ 25 ਇਹ ਨਾਰਮਲ ਹੈ। ਬਟ ਐਕਚੁਅਲੀ ਉਹ 25 ਸਾਡੇ ਲਈ ਨਹੀਂ ਬਣਿਆ, ਉਹ ਬਣਿਆ ਹੈਗਾ ਵਾਈਟ ਜਾਂ ਕਾਕੇਸ਼ੀਅਨ ਪਰਸਨ ਦੀ ਹਾਈਟ ਵੇਟ ਦੀ ਉਹ ਲੈ ਕੇ ਕੈਲਕੂਲੇਸ਼ਨ ਤੋਂ। ਓਕੇ, ਸੋ ਫॉर ਅ ਸਾਊਥ ਏਸ਼ੀਅਨ ਪਰਸਨ ਈਵਨ ਜੇ ਉਹ BMI 23 ਤੇ ਵੀ ਚਲੀ ਜਾਂਦੀ ਹੈ, ਸਾਡੇ ਕੋਲ ਯੂਰਪ ਦਾ ਬਹੁਤ ਡੇਟਾ ਹੈ ਤੇ ਉਹਦੇ ਵਿੱਚ ਉਹ ਦੱਸਦੇ ਆ ਕਿ ਜੇ 23 ਤੇ ਇੱਕ ਸਾਊਥ ਏਸ਼ੀਅਨ ਪਰਸਨ ਦੀ BMI ਹੈ, ਉਹਨੂੰ ਆਲਰੇਡੀ ਅਸੀਂ ਓਵਰਵੇਟ ਸਾਨੂੰ ਕੰਸੀਡਰ ਕਰ ਲੈਣਾ ਚਾਹੀਦਾ 22.9 ਤੇ, ਜਿਹੜੀ ਕਿ ਨਾਰਮਲੀ ਅਗਰ ਅਸੀਂ ਗੂਗਲ ਪਾ ਕੇ ਆਪਣਾ ਅਸੀਂ ਕਵਾਂਗੇ ਓਕੇ ਸਾਡੀ ਤਾਂ 23 ਜਾਂ 24 ਹੈ, ਇਟਸ ਓਕੇ। ਨੋ, ਇਟਸ ਨਾਟ। ਸਾਡੀ ਉਹ ਬੋਡੀ ਮਾਸ ਇੰਡੈਕਸ 23 ਤੋਂ ਹੀ ਸਾਨੂੰ increased risk of diabetes ਤੇ ਪਾਉਣਾ ਸ਼ੁਰੂ ਕਰ ਦਿੰਦੀ ਹੈ। ਸੋ ਦਿਸ ਇਜ਼ ਅ ਬਿਗ ਚੈਲੰਜ ਫॉर ਅਸ, ਕਿਉਂਕਿ ਅਸੀਂ ਦੇਖਣ ਨੂੰ ਵੀ ਆਰ ਸਮਾਲਰ ਫਰੇਮ ਪੀਪਲ ਤੇ ਵੀ ਮੇ ਨਾਟ ਲੁੱਕ overweight or obese, ਲੇਕਿਨ ਸਾਡਾ ਰਿਸਕ ਬਹੁਤ ਜਲਦੀ ਵਧਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੀ ਜੈਨੇਟਿਕਲੀ ਜਿਹੜੀ ਬੋਡੀ ਹੈ ਉਹ ਫੈਟ ਦੀ ਜਿਹੜੀ ਡੈਪੋਜੀਸ਼ਨ ਹੈ ਤੁਸੀਂ ਦੇਖੋਗੇ ਉਹ ਮੋਸਟਲੀ ਮਿਡ ਸੈਕਸ਼ਨ 'ਚ ਹੁੰਦੀ ਹੈ, ਸੋ ਟਰੰਕ ਔਰ ਸਟਮਕ ਦੇ ਆਸ-ਪਾਸ। ਸੋ ਬੇਸਿਕਲੀ ਵਾਟ ਦੈਟ ਮੀਨਸ ਇਜ਼ ਕਿ ਲਿਵਰ ਹੋ ਗਈ, ਪੈਨਕ੍ਰੀਆਸ ਤੇ ਬਾਕੀ ਆਰਗਨਸ ਦੇ ਅਰਾਊਂਡ ਫੈਟ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਵੇਸਟ ਸਰਕਮਫਰੈਂਸ ਵੱਧ ਜਾਂਦੀ ਹੈ ਐਂਡ ਆਰ ਰਿਸਕ ਆਫ ਡਾਇਬੀਟੀਜ਼ ਗੋਜ਼ ਅਪ। ਓਕੇ, ਸੋ ਜੈਨੇਟਿਕਸ ਐਂਡ ਸਾਡੇ ਫਰੇਮ ਦੀ ਗੱਲ ਕੀਤੀ, ਕੋਈ ਹੋਰ ਵੀ ਰੀਜ਼ਨ ਹੈ ਜਿਹਦੇ ਕਰਕੇ ਸਾਡੇ ਸਾਊਥ ਏਸ਼ੀਆ ਤੋਂ ਆਉਂਦੇ ਲੋਕਾਂ ਦੇ ਵਿੱਚ ਜ਼ਿਆਦਾ ਡਾਇਬੀਟੀਜ਼ ਹੁੰਦੀ ਹੈ? ਸੋ ਜਿਹੜੀ ਚੀਜ਼ ਆਪਾਂ ਜੀਨਸ ਤੋਂ ਬਾਅਦ ਤਾਂ ਫਿਰ এনवायरमेंटल ਫੈਕਟਰਸ ਆ ਜਾਂਦੇ ਆ। ਜਦੋਂ ਅਸੀਂ ਆਪਣੀ ਇੱਕ ਜਗ੍ਹਾ ਤੋਂ ਮੂਵ ਹੁੰਦੇ ਆ ਦੂਸਰੀ ਜਗ੍ਹਾ ਐਜ਼ ਇਮੀਗ੍ਰੈਂਟਸ ਆਉਂਦੇ ਆ ਔਰ ਸਾਡਾ ਲਾਈਫ ਸਟਾਈਲ ਬਦਲਦਾ ਹੈ, ਕੁਝ ਲੋਕਾਂ ਦਾ ਸਟ੍ਰੈਸ ਵੱਧਦਾ ਹੈਗਾ, ਸੈਡੈਂਟਰੀ ਲਾਈਫ ਸਟਾਈਲ ਜਿਵੇਂ ਜਿਵੇਂ ਡਿਵੈਲਪਮੈਂਟ ਹੋਈ ਜਾਂਦੀ ਹੈ, ਅਰਬਨਾਈਜੇਸ਼ਨ ਹੋਈ ਜਾਂਦੀ ਹੈ, ਐਡਵਾਂਸ ਹੁੰਦੇ ਜਾਂਦੇ ਹਾਂ ਅਸੀਂ, ਉਵੇਂ ਉਵੇਂ ਮਸ਼ੀਨਸ ਤੇ ਜ਼ਿਆਦਾ ਡਿਪੈਂਡੈਂਟ ਹੁੰਦੇ ਆ। ਸੋ ਵੀ ਆਰ ਮੇ ਬੀ ਡੂਇੰਗ ਲੈਸ ਐਕਸਰਸਾਈਜ਼, ਇੱਕ ਇਹ ਫਰਕ ਹੈਗਾ। ਤੇ ਜਿਸ ਤਰ੍ਹਾਂ ਨਾਲ ਸਾਡੀ ਬੋਡੀਜ਼ ਬਣੀਆਂ ਹੈ, ਇਫ ਵੀ ਆਰ ਨਾਟ ਡੂਇੰਗ ਇਨਫ ਐਕਸਰਸਾਈਜ਼, ਫਿਰ ਅਸੀਂ ਉਹ ਐਨਰਜੀ ਸਪੈਂਡ ਨਹੀਂ ਕਰ ਰਹੇ ਤਾਂ ਉਹ ਸ਼ੂਗਰ ਜਿਹੜੀ ਇਕੱਠੀ ਹੋਈ ਜਾ ਰਹੀ ਹੈ ਤੇ ਹੌਲੀ ਹੌਲੀ ਫਿਰ ਬੋਡੀ ਦੇ ਵਿੱਚ ਫੈਟ ਜਮ੍ਹਾਂ ਹੋਣ ਲੱਗ ਜਾਂਦੀ ਹੈ। ਜਦੋਂ ਫੈਟ ਜਮ੍ਹਾਂ ਹੋਣ ਲੱਗ ਜਾਂਦੀ ਹੈ ਤਾਂ ਸਾਡੀ ਪੈਨਕ੍ਰੀਆਸ ਜੋ ਕਿ ਇੱਕ ਗਲੈਂਡ ਹੈ ਆਪਣੀ ਬੋਡੀ ਦੇ ਵਿੱਚ ਜਿਹੜੇ ਕਿ ਹਾਰਮੋਨ ਬਣਾ ਰਿਹਾ ਇਨਸੂਲਿਨ, ਇਸ ਹਾਰਮੋਨ ਦਾ ਕੰਮ ਹੈ ਕਿ ਸਾਡੀ ਸ਼ੂਗਰ ਨੂੰ
ਬਲੱਡ ਸਟਰੀਮ ਦੇ ਵਿੱਚ ਸਾਡੇ ਜਿਹੜੇ ਬਲੱਡ ਵੈਸਲ ਨੇ ਆ ਸਾਡੀ ਇਹਦੇ ਵਿੱਚ ਜਦੋਂ ਰਕਤ ਦੇ ਵਿੱਚ ਸ਼ੂਗਰ ਨੂੰ ਉਸ ਨੂੰ ਉੱਥੋਂ ਬਲੱਡ ਸਟਰੀਮ ਤੋਂ ਆਪਣੇ ਆਰਗਨਸ ਤੱਕ ਲੈ ਕੇ ਜਾਣਾ, ਉਹ ਇਨਸੂਲਿਨ ਦਾ ਕੰਮ ਹੈ। ਸੋ ਇਫ ਵੀ ਆਰ ਨਾਟ ਮੇਕਿੰਗ ਇਨਫ ਇਨਸੂਲਿਨ, ਜਾਂ ਫਿਰ ਸਾਡੀ ਬੋਡੀ ਬਹੁਤ ਕੋਸ਼ਿਸ਼ ਕਰ ਰਹੀ ਹੈ ਪਰ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੈ ਬਿਕੋਜ਼ ਫੈਟ ਜੰਮਿਆ ਹੋਇਆ ਸਾਰੇ ਆਰਗਨਸ ਦੇ ਅਰਾਊਂਡ, ਤਾਂ ਫਿਰ ਵੀ ਹੈਵ ਟੂ ਮੇਕ ਮੋਰ ਐਂਡ ਮੋਰ ਇਨਸੂਲਿਨ। ਫਿਰ ਉਹਦੀ ਰੈਜ਼ਿਸਟੈਂਸ ਵੱਧਦੀ ਹੈ, ਇਨਸੂਲਿਨ ਵੱਧਦੀ ਹੈ, ਲੇਕਿਨ ਸ਼ੂਗਰ ਘਟਦੀ ਨਹੀਂ। ਸੋ ਆਈਦਰ ਵੀ ਆਰ ਨਾਟ ਮੇਕਿੰਗ ਇਨਫ, ਜਾਂ ਫਿਰ ਸਾਡੀ ਬੋਡੀ ਜਿਹੜੀ ਬਣ ਰਹੀ ਹੈ ਉਹ ਕੰਮ ਹੀ ਨਹੀਂ ਕਰ ਰਹੀ ਉਹਦੇ ਵਿੱਚ। So then that causes high blood sugars. Yeah. Right. ਖਾਸ ਤੌਰ ਦੇ ਉੱਤੇ ਜਦੋਂ ਪੈਨਕ੍ਰੀਆਸ ਐਂਡ ਇਨਸੂਲਿਨ ਦੀ ਗੱਲ ਹੁੰਦੀ ਹੈ, ਅਸੀਂ ਇਹ ਐਕਸਪਲੇਨ ਕਰ ਦਈਏ ਆਪਣੇ ਲਿਸਨਰਸ ਵਾਸਤੇ ਕਿ ਟਾਈਪ 2 ਡਾਇਬੀਟੀਜ਼ ਦੀ ਅਸੀਂ ਗੱਲ ਕਰ ਰਹੇ ਹਾਂ। ਬਿਲਕੁਲ, ਹਾਂਜੀ। ਸੋ ਜਦੋਂ ਜਿਹੜੀ ਜ਼ਿਆਦਾਤਰ ਡਾਇਬੀਟੀਜ਼ ਦੀ ਜਿਹੜੀ ਹੁਣ ਅਸੀਂ ਅੱਜ ਕੱਲ੍ਹ ਗੱਲ ਵੀ ਕਰ ਰਹੇ ਹਾਂ, ਸੋ 90% ਟੋਟਲ ਡਾਇਬੀਟੀਜ਼ ਦੇ ਕੇਸਿਸ ਜਿਹੜੇ ਹੈ ਉਹ ਟਾਈਪ 2 ਦੇ ਹੀ ਨੇ, ਸਿਰਫ 10% ਟਾਈਪ 1 ਹੈ। ਟਾਈਪ 1 ਦੇ ਫੈਕਟਰਸ ਹਜੇ ਤੱਕ ਅਸੀਂ ਪੂਰੀ ਤਰ੍ਹਾਂ ਫਿਕਸ ਨਹੀਂ ਕਰ ਸਕੇ ਕਿ ਇਸ ਰੀਜ਼ਨ ਕਰਕੇ ਹੁੰਦੀ ਹੈ। ਸਾਨੂੰ ਪਤਾ ਕਿ ਜੈਨੇਟਿਕਸ ਇਜ਼ ਅ ਫੈਕਟਰ, ਪਰ ਉਸ ਤੋਂ ਇਲਾਵਾ ਸਾਨੂੰ ਨਹੀਂ ਪਤਾ, ਕਿਉਂਕਿ ਕਈ ਬੱਚਿਆਂ ਨੂੰ ਹੋ ਜਾਂਦੀ ਹੈ, ਕਈ ਵਾਰੀ ਯੰਗਰ ਏਜ ਗਰੁੱਪਸ ਵਿੱਚ ਹੋ ਜਾਂਦੀ, ਸਮਟਾਈਮਸ ਯੂ ਨੋ ਇਨ 올ਡਰ ਈਅਰਸ ਆਲਸੋ ਹੋ ਜਾਂਦੀ ਹੈ। ਬਟ ਦੈਟ ਇਜ਼ ਮੋਰ ਆਫ ਅ ਪ੍ਰੋਬਲਮ ਜਿੱਥੇ ਕਿ ਪੈਨਕ੍ਰੀਆਸ ਬਿਲਕੁਲ ਇਨਸੂਲਿਨ ਨਹੀਂ ਬਣਾਉਂਦੀ। ਸੋ ਟਾਈਪ 2 ਦੇ ਵਿੱਚ ਇਨਸੂਲਿਨ ਬਣ ਰਹੀ ਹੈ ਪਰ ਜਾਂ ਥੋੜੀ ਘੱਟ ਤੇ ਜਾਂ ਇਨਇਫੈਕਟਿਵ, ਉਹਦਾ ਅਸਰ ਨਹੀਂ ਹੋ ਰਿਹਾ। ਓਕੇ ਜੀ। ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਡਾਇਬੀਟੀਜ਼ ਹੋਣ ਦੇ ਚਾਂਸਸ ਹੈਗੇ ਆ ਤੇ ਇਸ ਰਿਸਕ ਨੂੰ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ? ਕਿਵੇਂ ਕਰਨਾ ਹੈ, ਇਹਦੇ ਬਾਰੇ ਅਸੀਂ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਰੋਸ਼ਨੀ ਦੇ ਵਿੱਚ। ਅਸੀਂ ਕੀ ਇਹ ਟੈਸਟ ਕਰ ਸਕਦੇ ਹਾਂ ਕਿ ਕੀ ਮੈਨੂੰ ਰਿਸਕ ਹੈਗਾ? ਕਿਵੇਂ ਇਹ ਜਾਣਿਆ ਜਾ ਸਕਦਾ ਹੈ? ਹਾਂਜੀ ਗੁਰਪ੍ਰੀਤ, ਵੈਰੀ ਗੁੱਡ ਕੁਐਸਚਨ। ਬਿਲਕੁਲ ਅਸੀਂ ਇੱਕ ਰਿਸਕ ਕੈਲਕੂਲੇਟ ਕਰ ਸਕਦੇ ਹਾਂ। ਡਾਇਬੀਟੀਜ਼ ਕੈਨੇਡਾ ਐਸੋਸੀਏਸ਼ਨ ਨੇ ਆਪਣੀ ਵੈਬਸਾਈਟ ਦੇ ਉੱਤੇ ਇੱਕ ਕੈਨ ਰਿਸਕ CANRISK ਨਾਮ ਦਾ ਇੱਕ ਕੈਲਕੂਲੇਟਰ ਬਣਾਇਆ ਹੈ, ਤੇ ਉਹ ਐਕਚੁਅਲੀ ਪੰਜਾਬੀ ਵਿੱਚ ਵੀ ਅਵੇਲੇਬਲ ਹੈ ਤੇ ਕੁਛ ਇੱਕ ਦੋ ਹੋਰ ਲੈਂਗੁਏਜਸ 'ਚ ਵੀ ਅਵੇਲੇਬਲ ਹੈ ਜੀ। ਸੋ ਇਸ ਵੈਬਸਾਈਟ 'ਤੇ ਜਾ ਕੇ ਅਗਰ ਤੁਸੀਂ ਆਪਣਾ ਇਨਫੋਰਮੇਸ਼ਨ ਤੁਸੀਂ ਪਾਓ, ਉਹਦੇ ਵਿੱਚ 12 ਕੁਐਸਚਨ ਹੈ। ਉਹਦੇ ਵਿੱਚ ਉਹ ਤੁਹਾਨੂੰ ਪੁੱਛਦੇ ਆ ਕਿ ਤੁਹਾਡੀ ਉਮਰ ਕੀ ਹੈ। ਅਗਰ ਤੁਸੀਂ 40 ਇਅਰਸ ਤੋਂ ਅਬਵ ਹੋ ਤਾਂ ਰਿਸਕ ਵੱਧ ਜਾਂਦਾ ਹੈ। ਤੁਸੀਂ ਮੇਲ ਹੋ, ਫੀਮੇਲ ਹੋ, ਤੁਹਾਡੀ ਫੈਮਿਲੀ ਦੇ ਵਿੱਚ ਇਮੀਡੀਏਟ ਫੈਮਿਲੀ ਮੈਂਬਰਸ ਨੂੰ ਸ਼ੂਗਰ ਹੈ ਕਿਸੇ ਨੂੰ, ਤੁਸੀਂ ਕਿੰਨੀ ਐਕਸਰਸਾਈਜ਼ ਕਰਦੇ ਹੋ, ਤੁਸੀਂ 30 ਮਿੰਟਸ ਅ ਡੇ ਐਕਸਰਸਾਈਜ਼ ਕਰ ਰਹੇ ਹੋ, ਉਸ ਤੋਂ ਘੱਟ ਕਰ ਰਹੇ ਹੋ, ਤੁਹਾਡੀ ਵੇਸਟ ਸਰਕਮਫਰੈਂਸ ਕੀ ਹੈ, ਤੁਹਾਡੀ ਹਾਈਟ ਕੀ ਹੈ, ਵੇਟ ਕੀ ਹੈ। ਸੋ ਜਿਵੇਂ ਅਸੀਂ BMI ਦੀ ਗੱਲ ਕੀਤੀ, ਕੁਛ ਉਹ ਫੈਕਟਰਸ ਨੇ। ਫਿਰ ਉਹਦੇ ਵਿੱਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੰਨੀ ਫਰੂਟਸ ਐਂਡ ਵੈਜੀਟੇਬਲਸ ਖਾਂਦੇ ਹੋ ਦਿਨ ਦੇ ਵਿੱਚ। ਸੋ ਜੇ ਤੁਸੀਂ 2 ਤੋਂ 3 ਪੋਰਸ਼ਨ ਲੈ ਰਹੇ ਹੋ ਦੈਨ ਦੈਟਸ ਗੁੱਡ। ਇਫ ਯੂ ਆਰ ਨਾਟ, ਫਿਰ ਤੁਹਾਡਾ ਰਿਸਕ ਵੱਧ ਜਾਂਦਾ ਹੈ। ਦੈਨ ਦੇ ਆਲਸੋ ਆਸਕ, ਜਿਵੇਂ ਕਈ ਫੀਮੇਲਸ ਨੂੰ ਪ੍ਰੈਗਨੈਂਸੀ 'ਚ ਡਾਇਬੀਟੀਜ਼ ਹੋ ਜਾਂਦੀ ਹੈ ਤੇ ਪ੍ਰੈਗਨੈਂਸੀ ਤੋਂ ਬਾਅਦ ਉਹ ਡਾਇਬੀਟੀਜ਼ ਚਲੀ ਜਾਂਦੀ ਹੈ, ਬਟ ਉਹਨਾਂ ਦਾ ਰਿਸਕ ਵਧਿਆ ਰਹਿੰਦਾ ਹੈ। ਅਬਾਊਟ 20% ਰਿਸਕ ਵੱਧ ਜਾਂਦਾ ਹੈ ਫॉर ਲਾਈਫ ਟਾਈਮ ਕਿ ਡਾਇਬੀਟੀਜ਼ ਹੋ ਸਕਦੀ ਹੈ। Then they also ask you about ki thodi level of education ki hai, of course, you know. So those are the things that we can look at. Ki ਇਹ ਸਾਰੀਆਂ ਚੀਜ਼ਾਂ ਅਸੀਂ we can enter in and then they give us a score. ਹੁਣ ਜੇ ਸਾਡਾ score 30 ਤੋਂ ਉੱਪਰ ਜਾ ਰਿਹਾ ਹੈ, ਉਹ ਸਾਰੇ questions ਦੇ ਜੋ ਵੀ ਉਹਨਾਂ ਦੇ ਹੈ, then that definitely we're higher risk. ਤੇ ਜਿੰਨਾ ਘੱਟ ਸਕੋਰ ਹੋਏਗਾ ਉਹਨਾਂ ਸਾਡਾ ਰਿਸਕ ਘੱਟ ਹੈ। ਸੋ ਸਾਰਿਆਂ ਦੇ ਲਈ ਆਈ ਵੁੱਡ ਇਨਕਰੇਜ, ਜਿਹੜੇ ਵੀ ਸਾਡੇ ਅੱਜ ਲਿਸਨਰ ਸੁਣ ਰਹੇ ਹੈ, ਉਹ ਆਪ ਵੀ ਇਫ ਦੇ ਆਰ ਇਨ ਦੈਟ ਏਜ ਕੈਟੇਗਰੀ 40 ਐਂਡ ਅਬਵ ਐਂਡ ਔਰ ਜੇ ਫੈਮਿਲੀ 'ਚ ਡਾਇਬੀਟੀਜ਼ ਹੈ, ਆਪ ਵੀ ਉਹ ਟਰਾਈ ਕਰਨ ਆਪਣਾ ਰਿਸਕ ਕੈਲਕੂਲੇਟ ਕਰਨਾ ਤੇ ਆਪਣੇ ਯੂ ਨੋ ਰਿਲੇਟਿਵਸ ਐਂਡ ਫਰੈਂਡਸ ਨੂੰ ਵੀ ਇਹਦੇ ਬਾਰੇ ਜਾਣਕਾਰੀ ਦੇਣ। ਜੀ ਡਾਕਟਰ ਆਸ਼ਨਾ, ਕੁਝ ਲੋਕ ਜਿਹੜੇ ਆ ਉਹ ਇਸੇ ਹੀ ਖਿਆਲ ਦੇ ਨਾਲ ਚੱਲਦੇ ਆ ਕਿ ਜੇ ਕੁਝ ਹੋ ਗਿਆ ਦਵਾਈ ਖਾ ਲਾਂਗੇ, ਠੀਕ ਹੋ ਜਾਾਂਗੇ, ਫਿਰ ਨਾਰਮਲ ਹੋ ਗਏ। ਪਰ ਡਾਇਬੀਟੀਜ਼ ਜਿਹੜਾ ਅਜਿਹਾ ਚਾਂਸ ਨਹੀਂ ਦਿੰਦੀ, ਇਹ ਕ੍ਰੋਨਿਕ ਲਾਈਫ ਟਾਈਮ ਰਹਿਣ ਵਾਲੀ ਬਿਮਾਰੀ ਹੁੰਦੀ ਹੈ। ਹਾਂਜੀ ਬਿਲਕੁਲ। ਸੋ ਡਾਇਬੀਟੀਜ਼ ਇੱਕ ਵਾਰੀ ਜੇ ਕਿਸੇ ਨੂੰ ਹੋ ਜਾਂਦੀ ਹੈ ਤਾਂ ਉਹਦੇ ਜਿਹੜੇ ਚਾਂਸਸ ਅਸੀਂ ਕਹਿ ਦਈਏ ਵੀ ਬਿਲਕੁਲ ਖਤਮ ਹੋ ਜਾਣ ਦੇ ਬਹੁਤ ਘੱਟ ਹੁੰਦੇ ਆ। ਪਰ ਇੱਕ ਇੰਟਰਸਟਿੰਗ ਸਟੱਡੀ ਪਿੱਛੇ ਕੁਛ 10-12 ਸਾਲਾਂ 'ਚ ਕੁਛ ਸਟੱਡੀਜ਼ ਹੋਈਆਂ, ਜਿਹਦੇ 'ਚੋਂ ਇੱਕ ਮੋਸਟ ਰੀਸੈਂਟ ਸਟੱਡੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਕੁਛ ਪੇਸ਼ੈਂਟਸ ਨੂੰ ਇਕੱਠਾ ਕੀਤਾ, ਫਿਊ 100 ਪੇਸ਼ੈਂਟਸ ਸੀਗੇ, ਤੇ ਉਹਨਾਂ ਨੇ ਦੇਖਿਆ ਕਿ ਅਗਰ ਅਸੀਂ ਇੰਟੈਂਸਿਵਲੀ ਲੋ ਕੈਲੋਰੀ ਡਾਇਟ, ਮਤਲਬ ਘੱਟ ਕੈਲੋਰੀਜ਼ ਖਾਈਏ, ਤੇ ਕੀ ਇਸ ਡਿਜ਼ੀਜ਼ ਨੂੰ ਰਿਵਰਸ ਕਰ ਸਕਦੇ, ਇਸ ਰੋਗ ਨੂੰ ਬਿਲਕੁਲ ਖਤਮ ਕਰ ਸਕਦੇ ਹਾਂ। ਸੋ ਇੱਕ ਇੰਟਰਸਟਿੰਗ ਟਰਮ ਹੁਣ ਯੂਜ਼ ਕਰਨ ਲੱਗ ਗਏ, ਰਿਮਿਸ਼ਨ। ਜਿਸ ਤਰ੍ਹਾਂ ਅਸੀਂ ਕਹਿੰਦੇ ਵੀ ਇਹ ਜੜ ਤੋਂ ਤਾਂ ਖਤਮ ਨਹੀਂ ਹੈ, ਇੱਕ ਵਾਰ ਵਾਂਸ ਯੂ ਆਰ ਡਾਇਬੈਟਿਕ, ਯੂ ਆਰ ਅ ਡਾਇਬੈਟਿਕ, ਪਰ ਤੁਸੀਂ ਬਿਲਕੁਲ ਨੋਰਮਲਾਈਜ਼ ਕਰ ਸਕਦੇ ਹੋ ਆਪਣੀ ਸ਼ੂਗਰ ਨੂੰ, ਜਾਂ ਤੁਸੀਂ ਦਵਾਈਆਂ ਨੂੰ ਬੰਦ ਕਰ ਸਕਦੇ ਹੋ। ਯੈਸ, ਉਹਦੇ ਵਿੱਚ ਉਹਨਾਂ ਨੇ ਫਾਈਂਡ ਕੀਤਾ
ਕਿ ਜਿਨ੍ਹਾਂ ਨੂੰ ਸਿਰਫ 1 ਸਾਲ ਹੋਇਆ ਡਾਇਬੀਟੀਜ਼ ਹੋਈ ਨੂੰ, ਅਗਰ ਇੰਟੈਂਸਿਵਲੀ ਉਹ ਡਾਇਟ ਜਿਵੇਂ 900 ਕੈਲੋਰੀ ਦੀ ਡਾਇਟ ਸੀਗੀ ਵਿਚ ਇਜ਼ ਵੈਰੀ ਲੋ ਬਾਈ ਦ ਵੇ, ਯੂ ਕਾਂਟ ਡੂ ਇਟ ਆਪਣੇ ਬਿਨਾ ਡਾਕਟਰ ਜਾਂ ਡਾਇਟੀਸ਼ੀਅਨ ਨਾਲ ਗੱਲ ਕੀਤੇ ਬਿਨਾ ਨਹੀਂ ਕਰਨਾ ਚਾਹੀਦਾ। ਤੇ ਉਹਨਾਂ ਨੇ ਕੀ ਕੀਤਾ ਕਿ ਦਿਨ ਦੇ ਵਿੱਚ 3 ਦਿਨ ਮੀਲ ਰਿਪਲੇਸਮੈਂਟਸ ਦਿੱਤੀਆਂ, ਲਿਕੁਇਡ ਮੀਲ ਰਿਪਲੇਸਮੈਂਟ, ਕਿ ਇੰਨਾ ਹੀ ਤੁਸੀਂ ਲੈ ਸਕਦੇ ਹੋ, ਐਂਡ ਦੇ ਡਿਡ ਇਟ ਫॉर 3 to 5 months। ਤੇ ਉਹਨਾਂ ਨੇ ਦੇਖਿਆ ਕਿ ਜਿਨ੍ਹਾਂ ਨੂੰ 1 ਸਾਲ ਜਾਂ ਘੱਟ ਹੋਇਆ ਸੀਗਾ they were quicker to respond, ਜਿਨ੍ਹਾਂ ਨੂੰ 5 ਸਾਲ ਜਾਂ 6 ਸਾਲ ਤੋਂ ਘੱਟ ਸੀਗੀ ਸ਼ੂਗਰ ਹੋਏ ਸੀਗੇ ਉਹ ਵੀ ਕੁਝ ਹੱਦ ਤੱਕ ਰਿਸਪੌਂਡ ਕੀਤੇ, ਬਟ ਆਫਟਰ ਦੈਟ ਦ ਲੈਵਲ ਵਾਸ ਵੈਰੀ ਮਿਨੀਮਲ। ਬਟ ਇਹਦੇ ਵਿੱਚ ਵੀ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਉਹ ਬੜੀ ਇੰਟੈਂਸਿਵ ਕੈਲੋਰੀ ਰਿਸਟ੍ਰਿਕਸ਼ਨ ਸੀਗੀ ਔਰ ਸਸਟੇਨੇਬਲ ਨਹੀਂ, ਇਹ ਨਹੀਂ ਕਿ ਹੁਣ ਤੁਸੀਂ ਲਾਈਫ ਲੌਂਗ ਅਗਰ ਤੁਸੀਂ ਇਹ ਨਹੀਂ ਕਰ ਸਕਦੇ, ਐਂਡ ਵਾਂਸ ਦੇ ਯੂ ਵੁੱਡ ਸਟਾਪ ਡੂਇੰਗ ਦੈਟ, ਤੁਸੀਂ ਓਨੀ ਰੂਟੀਨ 'ਚ ਆ ਜਾਓਗੇ, ਫਿਰ ਚਾਂਸਸ ਉਹਦੇ ਵਧਣ ਦੇ ਹੋ ਜਾਂਦੇ ਨੇ। ਸੋ ਆਈ ਵੁੱਡ ਸੇ ਕਿ ਇਹ ਕ੍ਰੋਨਿਕ ਹੈ ਤੇ ਇਹ ਪ੍ਰੋਗਰੈਸਿਵ ਵੀ ਹੈ, ਯਾਨੀ ਇਹ ਵੱਧਦੀ ਚਲੀ ਜਾਂਦੀ ਹੈ ਅਗਰ ਅਸੀਂ ਇਹਨੂੰ ਚੈੱਕ ਐਂਡ ਬੈਲੈਂਸ ਨਹੀਂ ਰੱਖਦੇ। ਓਕੇ, ਸੋ ਮੈਨੇਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਓਕੇ, ਮੈਂ ਕਹਾਂਗੀ ਕਿ ਅਸੀਂ ਖੁਸ਼ਕਿਸਮਤ ਹਾਂ, ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਐਕਸੈਸ ਟੂ ਡਾਇਬੀਟੀਜ਼ ਕੇਅਰ ਸਾਡੇ ਕੋਲ ਹੈਗਾ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਇਹ ਹੈ ਕਿ ਗਲੋਬਲੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਡਾਇਬੀਟੀਜ਼ ਜਾਂ ਸ਼ੱਕਰ ਰੋਗ ਦੇ ਨਾਲ ਗ੍ਰਸਤ ਨੇ, ਪਰ ਉਹਨਾਂ ਦੇ ਕੋਲ ਅਜਿਹੀ ਸਪੋਰਟ ਔਰ ਐਕਸੈਸ, ਅਜਿਹੀਆਂ ਸੁਵਿਧਾਵਾਂ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਾਸਤੇ ਜਾਂ ਉਹਦੇ ਇਲਾਜ ਵਾਸਤੇ ਜੋ ਚਾਹੀਦੀਆਂ ਲੋੜੀਂਦੀਆਂ ਨੇ ਉਹ ਉਪਲਬਧ ਨਹੀਂ ਨੇ। ਸੋ ਇਸ ਕਰਕੇ ਵੀ ਆਰ ਥੈਂਕਫੁਲ ਇੱਥੇ ਸਾਡੇ ਕੋਲ ਡਾਇਬੀਟੀਜ਼ ਕੇਅਰ ਹੈਗੀ ਹੈ, ਪਰ ਕਿੰਨੀ ਅਸੀਂ ਐਕਸੈਸ ਕਰਦੇ ਹਾਂ ਇਹਦੇ ਬਾਰੇ ਡਾਕਟਰ ਗਿੱਲ ਉਹਨਾਂ ਦੇ ਨਾਲ ਗੱਲ ਕਰਾਂਗੇ। ਸੁਣਦੇ ਰਹਿਣਾ ਪ੍ਰੋਗਰਾਮ ਰੋਸ਼ਨੀ। ਡਾਕਟਰ ਗਿੱਲ, ਆਪਣੇ ਕੋਲ ਐਕਸੈਸ ਹੈਗੀ ਹੈ, ਸਾਡੇ ਕੋਲ ਸੁਵਿਧਾਵਾਂ ਉਪਲਬਧ ਨੇ, ਕੀ ਫੇਰ ਵੀ ਤੁਸੀਂ ਦੇਖਦੇ ਹੋ ਕਿ ਲੋਕੀ ਜਿਹੜੇ ਆ ਉਹ ਜਿਹਨੂੰ ਕਹਿੰਦੇ ਆ ਕਿ ਮੈਨੇਜ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ, ਜਾਂ ਆਪ ਹੀ ਕਿਤੇ ਨਹੀਂ ਰੋਜ਼ ਦਵਾਈ ਨਹੀਂ ਖਾਣੀ ਅਸੀਂ ਇੱਦਾਂ ਵਾਲੀ ਕੰਮ ਫੜ ਲੈਂਦੇ ਆ? ਕਈ ਵਾਰ ਮੈਂ ਦੇਖਦੀ ਹਾਂ ਕਿ ਇਸ ਤਰ੍ਹਾਂ ਹੁੰਦਾ ਹੈ, ਪਰ ਸਭ ਤੋਂ ਵੱਡੀ ਗੱਲ ਹੈ ਕਿ ਈਵਨ ਦੋ ਸਾਡੇ ਕੋਲ ਐਕਸੈਸ ਹੈਗਾ, ਸਾਰਿਆਂ ਦੀ ਸਾਡੀ ਜਨਰਲੀ ਇੱਕ ਇਹ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਪ੍ਰੋਬਲਮ ਨਹੀਂ ਫੀਲ ਕਰ ਰਹੇ, ਨਹੀਂ ਕੋਈ ਤਕਲੀਫ, ਕੋਈ ਦਰਦ ਨਹੀਂ, ਕੁਛ ਨਹੀਂ, ਤੇ ਅਸੀਂ ਨਾ ਹੀ ਚੈੱਕ ਕਰਾਈਏ ਤਾਂ ਬੈਟਰ ਹੈ, ਕਿ ਜੇ ਚੈੱਕ ਕਰਾਵਾਂਗੇ ਤਾਂ ਕੁਛ ਨਿਕਲ ਆਣਾ, ਰਾਈਟ? ਸੋ ਡਾਇਬੀਟੀਜ਼ ਦੇ ਵਿੱਚ ਇਸ ਤਰ੍ਹਾਂ ਹੈ ਕਿ ਵਨਸ ਯੂ ਹੈਵ ਟਰਨਡ 40 years ਤੁਹਾਨੂੰ ਇੱਕ ਵਾਰੀ ਆਪਣਾ ਸ਼ੂਗਰ ਦਾ ਟੈਸਟ ਕਰਾ ਲੈਣਾ ਚਾਹੀਦਾ, ਤਾਂ ਫਿਰ ਉਸ ਤੋਂ ਬਾਅਦ ਡਿਪੈਂਡਿੰਗ ਔਨ ਕਿ ਉਹ ਪ੍ਰੀ ਡਾਇਬੀਟੀਜ਼ ਆ ਰਹੇ ਹੈ, ਬਿਲਕੁਲ ਨੋਰਮਲ ਹੈ, ਤੇ ਹੋਰ ਤੁਹਾਡੇ ਕੀ ਰਿਸਕ ਫੈਕਟਰਸ ਹੈ, ਫਿਰ ਜਾਂ ਤੁਸੀਂ ਐਵਰੀ ਈਅਰ ਜਾਓ ਜਾਂ ਵਨਸ ਐਵਰੀ 3 years ਤਾਂ ਫॉर ਸ਼ੋਰ ਜਾਣਾ ਚਾਹੀਦਾ, ਚਾਹੇ ਤੁਹਾਨੂੰ ਕੋਈ ਸਿੰਪਟਮਸ ਹੈ ਚਾਹੇ ਨਹੀਂ। ਪਰ ਐਨੂਅਲ ਫਿਜ਼ੀਕਲ ਜਿਹੜਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਤੁਸੀਂ ਸਾਲ 'ਚ ਘੱਟੋ ਘੱਟ ਇੱਕ ਵਾਰੀ ਸਾਰਾ ਚੈੱਕਅਪ ਆਫਟਰ ਦੀ ਏਜ ਆਫ 40 ਕਰਾ ਲੈਣਾ ਚਾਹੀਦਾ, ਜ਼ਰੂਰੀ ਹੈ। ਔਰ ਜਦੋਂ ਤੁਸੀਂ ਸਿੰਪਟਮਸ ਦੀ ਗੱਲ ਕਰਦੇ ਹੋ when it comes to type 2 ਡਾਇਬੀਟੀਜ਼, ਕੀ ਕੋਈ ਇਹ ਇਰਾਦਾ ਬਣਾ ਸਕਦਾ ਜਾਂ ਇਹਦੇ ਬਾਰੇ ਹੋ ਸਕਦਾ ਸ਼ੋਰ ਕਿ ਓਕੇ ਇਹ ਸਿੰਪਟਮਸ ਮੈਨੂੰ ਆ ਰਹੇ ਆ ਤਾਂ ਮੇਬੀ ਡਾਇਬੀਟੀਜ਼ ਹੋ ਸਕਦੀ, ਜਾਂ ਚੈੱਕਅਪ ਕਰਾ ਕੇ ਹੀ ਪਤਾ ਲੱਗੂਗਾ? ਬਿਲਕੁਲ, ਆਈ ਮੀਨ ਜੇ ਇੱਕਦਮ ਤੁਸੀਂ weight gain ਕਰ ਲਿਆ ਹੈਗਾ, ਤੁਸੀਂ ਆਟੋਮੈਟਿਕਲੀ ਹਾਈ ਰਿਸਕ ਵਿੱਚ ਚਲੇ ਜਾਂਦੇ ਹੋ, ਤਾਂ ਤੁਹਾਨੂੰ ਉੱਥੇ ਹੀ ਪਹਿਲਾਂ ਤਾਂ ਕੌਸ਼ੀਅਸ ਹੋ ਜਾਣਾ ਚਾਹੀਦਾ ਕਿ ਮੇਰਾ weight ਵੱਧ ਰਿਹਾ, ਆਈ ਨੀਡ ਟੂ ਗੈਟ ਚੈੱਕਡ। ਤੇ ਦੂਸਰਾ ਇਹ ਹੈ ਕਿ ਜੇ ਤੁਹਾਨੂੰ ਬਾਰ-ਬਾਰ ਪਾਣੀ ਪੀਣ ਦੀ ਲੋੜ ਮਹਿਸੂਸ ਹੋ ਰਹੀ ਹੈ, ਮੂੰਹ ਸੁੱਕਦਾ ਹੈ, ਜ਼ਿਆਦਾ ਯੂਰਿਨ ਆ ਰਿਹਾ ਹੈਗਾ, ਸਮਟਾਈਮਸ ਇੱਕਦਮ ਰੈਪਿਡ weight loss ਜਿਹੜਾ ਹੈਗਾ ਉਹ ਵੀ ਸਿੰਪਟਮ ਹੁੰਦਾ ਹੈ ਕਿ ਸ਼ੂਗਰ ਇੰਨੀ ਵੱਧ ਗਈ ਹੈ ਬਟ ਵੀ ਆਰ ਨਾਟ ਏਬਲ ਟੂ ਯੂਜ਼ ਇਟ, ਜਿਵੇਂ ਅਸੀਂ ਗੱਲ ਕੀਤੀ ਕਿ ਉਹ ਇਨਸੂਲਿਨ ਕਾਮਯਾਬ ਨਹੀਂ ਹੈ ਉਹਨੂੰ ਫਿਕਸ ਕਰਨ ਦੇ ਵਿੱਚ, ਤੇ ਫਿਰ ਉਹ ਵੀ ਇੱਕ ਸਿੰਪਟਮ ਹੋ ਸਕਦਾ ਹੈਗਾ। ਕਈਆਂ ਨੂੰ ਅੱਖਾਂ ਦਾ ਧੁੰਦਲਾਪਨ ਆਉਣ ਲੱਗ ਜਾਂਦਾ ਹੈ, ਕਈ ਵਾਰੀ ਪੈਰਾਂ ਤੇ ਹੱਥਾਂ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਬਰਨਿੰਗ ਪੇਨ ਜਾਂ ਸੇਕ ਨਿਕਲਣ ਲੱਗ ਜਾਂਦਾ ਜਦੋਂ ਇੱਕਦਮ ਸ਼ੂਗਰ ਵੱਧਦੀ ਹੈ। ਸੋ ਇਹ ਸਾਈਨਸ ਹੋ ਸਕਦੇ ਹੈ, ਪਰ ਜਿਸ ਤਰ੍ਹਾਂ ਅਸੀਂ ਕਹੀਏ ਕਿ ਹਾਰਟ ਅਟੈਕ ਦਾ ਸਾਈਨ ਹੋਏਗਾ ਕਿ ਬਹੁਤ ਚੈਸਟ ਪੇਨ ਹੋ ਗਈ ਜਾਂ ਸਟ੍ਰੋਕ ਦਾ ਸਾਈਨ ਹੈ, ਤੇ ਉਹ ਤਾਂ ਬਹੁਤ ਲੇਟ ਸਟੇਜਸ ਵਿੱਚ ਆਉਂਦੇ ਆ, ਬਟ ਅਗੇਨ ਜਿਵੇਂ ਅਸੀਂ ਕਿਹਾ ਵੀ ਪ੍ਰੋਗਰੈਸਿਵ ਡਿਜ਼ੀਜ਼ ਹੈ, ਜੇ ਅਸੀਂ ਬਿਲਕੁਲ ਖਿਆਲ ਨਹੀਂ ਕਰਾਂਗੇ ਤਾਂ ਕੋਈ ਨਾ ਕੋਈ ਮੇਜਰ ਕੰਪਲਿਕੇਸ਼ਨ ਫਿਰ ਹੋ ਸਕਦੀ ਹੈ। ਜੀ, ਕੰਪਲਿਕੇਸ਼ਨਸ ਦੇ ਬਾਰੇ ਵੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਕਈ ਵਾਰੀ ਅਸੀਂ ਐਕਸਟ੍ਰੀਮ ਦੇ ਬਾਰੇ ਗੱਲ ਨਹੀਂ ਕਰਦੇ, ਅਸੀਂ ਕਹਿੰਦੇ ਨਹੀਂ ਕੋਈ ਨਹੀਂ ਦਵਾਈ ਚੱਲੀ ਜਾਂਦੀ ਠੀਕ ਹੈ, ਪਰ ਜੇ ਐਜ਼ ਯੂ ਸੈਡ ਕਿ ਅਸੀਂ ਸਹੀ ਤਰੀਕੇ ਨਾਲ ਮੈਨੇਜ ਨਹੀਂ ਕਰਦੇ ਤਾਂ ਉਹ ਮੱਚ ਮੋਰ ਕੰਪਲੈਕਸ ਹੋ ਸਕਦੀ ਹੈ ਇਹ ਪ੍ਰੋਬਲਮ, ਜਿਹਦੇ ਕਰਕੇ ਅਸੀਂ ਕਿ ਅੰਗ ਕੱਟਣ ਦੀ ਵਾਰੀ ਵੀ ਆ ਜਾਂਦੀ ਹੈ, ਐਂਪੂਟੇਸ਼ਨ ਜਿਹਨੂੰ ਕਹਿੰਦੇ ਆ, ਜਾਂ ਫਿਰ ਕਿਡਨੀ ਫੇਲੀਅਰ ਜਿਹੜੇ ਆ, ਅਜਿਹੀਆਂ ਗੱਲਾਂ। ਅੱਛਾ, ਪੈਰਾਂ ਨੂੰ ਬਹੁਤ ਖਿਆਲ ਦੇ ਨਾਲ ਰੱਖੋ, ਡਾਇਬੀਟੀਜ਼ ਪੇਸ਼ੈਂਟਸ ਨੂੰ ਇਹ ਕਿਹਾ ਜਾਂਦਾ। ਇਹ ਕੀ ਕੰਡੀਸ਼ਨਸ ਨੇ, ਇਹਦੇ ਬਾਰੇ ਸਾਨੂੰ ਦੱਸੋ ਸੋ ਦੈਟ ਅਸੀਂ ਪਹਿਲਾਂ ਤੋਂ ਧਿਆਨ ਰੱਖਣਾ ਸ਼ੁਰੂ ਕਰ ਦਈਏ। ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ, ਤੇ ਇਹ ਬਹੁਤ ਇੰਪੋਰਟੈਂਟ ਹੈ ਕਿ ਅਗਰ ਕਿਸੇ ਨੂੰ ਡਾਇਬੀਟੀਜ਼ ਹੈ ਤਾਂ ਉਹ ਹਰ ਸਾਲ ਆਪਣੀਆਂ ਅੱਖਾਂ ਦਾ, ਟਾਈਪ 2 ਡਾਇਬੀਟੀਜ਼ ਅਸੀਂ ਗੱਲ ਕਰ ਰਹੇ ਹਾਂ, ਉਹ ਹਰ ਸਾਲ ਆਪਣਾ ਆਈਜ਼ ਦਾ ਚੈੱਕਅਪ ਕਰਵਾਉਣ। ਤੇ ਆਈਜ਼ ਦਾ ਚੈੱਕਅਪ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਵਿਜ਼ਨ ਚੈੱਕ ਕਰਾਉਣੀ ਹੈ, ਨਹੀਂ, ਤੁਸੀਂ ਜੇ ਆਪਟੋਮੈਟ੍ਰਿਸਟ ਤੋਂ ਕਰਾ ਰਹੇ ਹੋ ਜਾਂ ਤੁਸੀਂ ਜੇ ਆਈ ਸਪੈਸ਼ਲਿਸਟ, ਜੇ ਤੁਹਾਨੂੰ ਡਾਇਬੀਟੀਜ਼ ਹੈ ਤਾਂ ਜਨਰਲੀ ਅਸੀਂ ਤੁਹਾਨੂੰ ਆਈ ਸਪੈਸ਼ਲਿਸਟ ਨੂੰ ਵੀ ਰੈਫਰ ਕਰ ਦਿੰਦੇ ਹਾਂ।
ਤੇ ਉਹ ਫਿਰ ਤੁਹਾਡੀ ਆਈਜ਼ ਡਾਇਲੇਟ ਕਰਕੇ ਇੱਕ ਸਪੈਸ਼ਲ ਡ੍ਰੌਪਸ ਪਾ ਕੇ ਤੁਹਾਡੀ ਆਈ ਦੇ ਪਿਛਲੇ ਪਾਸੇ ਜਿਹੜਾ ਪਰਦਾ ਹੁੰਦਾ ਜਿੱਥੇ ਜਿਹਨੂੰ ਅਸੀਂ ਰੈਟੀਨਾ ਕਹਿੰਦੇ ਆ, ਉਹਨੂੰ ਚੈੱਕ ਕਰਵਾਉਣਾ ਹਰ ਸਾਲ ਬਹੁਤ ਜ਼ਰੂਰੀ ਹੈ। ਜੇ ਉਹਦੇ ਵਿੱਚ ਛੋਟੀ ਛੋਟੀ ਬਲੀਡਿੰਗ ਦੇ ਸਪੌਟਸ ਹੋਣ ਜਾਂ ਕੁਝ ਇਸ ਤਰ੍ਹਾਂ ਦੇ ਸਾਈਨ ਉਹਨਾਂ ਨੂੰ ਦਿਸਣ ਜਿਸ ਤੋਂ ਉਹਨਾਂ ਨੂੰ ਪਤਾ ਚੱਲੇ ਕਿ ਸ਼ੁਰੂਆਤ ਹੋ ਗਈ ਹੈ ਸ਼ੂਗਰ ਜਦੋਂ ਅੱਖਾਂ ਨੂੰ ਡੈਮੇਜ ਕਰਦੀ ਹੈ, ਤਾਂ ਫਿਰ ਉੱਥੇ ਹੀ ਸਾਨੂੰ ਪਤਾ ਲੱਗ ਜਾਣਾ ਹੈ ਕਿ ਅਸੀਂ ਟਾਈਟ ਕੰਟਰੋਲ ਕਰਨਾ ਸ਼ੂਗਰ ਨੂੰ ਤਾਂ ਕਿ ਇਹ ਵਧੇ ਨਾ। ਅਗਰ ਅਸੀਂ ਉਹਨੂੰ ਅਨਕੰਟਰੋਲ ਛੱਡ ਦਿੰਦੇ ਹਾਂ ਜਾਂ ਉਨੀ ਨਹੀਂ ਲੈਂਦੇ ਮੈਡੀਸਨ ਜਾਂ ਉਹਨਾਂ ਪਰਹੇਜ਼ ਨਹੀਂ ਕਰ ਰਹੇ ਜੋ ਸਾਨੂੰ ਕਰਨਾ ਚਾਹੀਦਾ, ਤਾਂ ਇੱਥੋਂ ਤੱਕ ਕਿ ਬਲਾਈਂਡਨੈਸ ਹੋ ਸਕਦੀ ਹੈ। ਹੁਣ ਅੱਜ ਕੱਲ੍ਹ ਤਾਂ ਸਾਡੇ ਕੋਲ ਇੰਨੀ ਟੈਕਨੋਲੋਜੀ ਅਵੇਲੇਬਲ ਹੈ, ਕੇਅਰ ਅਵੇਲੇਬਲ ਹੈ ਕਿ ਇੰਨੀ ਨੌਬਤ ਆਉਣੀ ਨਹੀਂ ਚਾਹੀਦੀ। ਸਿਮਿਲਰਲੀ ਜਦੋਂ ਸ਼ੂਗਰ ਹਾਈ ਹੁੰਦੀ ਹੈ, ਜਿਸ ਤਰ੍ਹਾਂ ਅਸੀਂ ਅੱਖਾਂ ਦੀ ਗੱਲ ਕੀਤੀ, ਅੱਖਾਂ ਨੂੰ ਡੈਮੇਜ ਕਰ ਸਕਦੀ ਹੈ, ਇਸੇ ਤਰ੍ਹਾਂ ਬਹੁਤ ਹਾਈ ਸ਼ੂਗਰ ਸਾਡੀ ਜਿਹੜੀਆਂ ਨਰਵਸ ਹੈਗੀਆਂ, ਨਾੜੀਆਂ ਅਸੀਂ ਕਹਿ ਲਈਏ, ਇੱਕ ਤਾਂ ਛੋਟੀਆਂ ਨਾੜੀਆਂ ਜਿਹੜੀਆਂ ਆਪਣੀਆਂ ਬਲੱਡ ਸਪਲਾਈ ਦੀਆਂ, ਉਹਨਾਂ ਨੂੰ ਵੀ ਬਲੌਕ ਕਰ ਸਕਦੀ ਹੈ, ਤੇ ਇੱਕ ਜਿਹੜੀਆਂ ਨਰਵਸ ਹੈ ਜਿਨ੍ਹਾਂ ਤੋਂ ਅਸੀਂ ਸੈਂਸੇਸ਼ਨ ਸਾਨੂੰ ਆਉਂਦੀ ਹੈ ਉਹਨਾਂ ਨੂੰ ਡੈਮੇਜ ਕਰਦੀ ਹੈ, ਤੇ ਫਿਰ ਸਾਡੀ ਫੀਲਿੰਗ ਚਲੀ ਜਾਂਦੀ ਹੈ। ਜਿਵੇਂ ਕਈਆਂ ਨੂੰ ਡਾਇਬਟੀਜ਼ ਦੇ ਵਿੱਚ ਨਮਨੈਸ ਆ ਜਾਂਦੀ ਹੈ ਹੱਥਾਂ ਪੈਰਾਂ ਦੇ ਵਿੱਚ, ਉਹਨਾਂ ਨੂੰ ਕੋਈ ਫੀਲਿੰਗ ਨਹੀਂ ਆਉਂਦੀ। ਦੈਟ ਇਜ਼ ਅ ਸਾਈਨ ਕਿ ਸ਼ੂਗਰ ਨੇ ਆਲਰੇਡੀ ਨਰਵਸ ਨੂੰ ਡੈਮੇਜ ਕਰ ਦਿੱਤਾ। ਫਿਰ ਉਹਦੀ ਕੰਪਲਿਕੇਸ਼ਨ ਇਹ ਹੁੰਦੀ ਹੈ ਕਿ ਜਦੋਂ ਕੋਈ ਛੋਟਾ ਮੋਟਾ ਕੱਟ ਲੱਗਦਾ ਜਾਂ ਸਕਿਨ ਥੋੜੀ ਜਿਹੀ ਬ੍ਰੇਕ ਹੋਵੇ, ਸਾਨੂੰ ਪਤਾ ਨਹੀਂ ਲੱਗਦਾ, ਬੈਕਟੀਰੀਆ ਅੰਦਰ ਚਲੇ ਜਾਂਦੇ ਹੈ, ਇਨਫੈਕਸ਼ਨ ਹੋ ਜਾਂਦੀ ਹੈ। ਫਿਰ ਜਦੋਂ ਸਾਡੀ ਸ਼ੂਗਰ ਬਹੁਤ ਹਾਈ ਹੈ ਤਾਂ ਬੋਡੀ ਆਪਣੇ ਆਪ ਇਨਫੈਕਸ਼ਨ ਹੀਲ ਨਹੀਂ ਕਰ ਪਾਉਂਦੀ, ਤੇ ਕਈ ਵਾਰ ਉਹ ਇੰਨੀ ਜ਼ਿਆਦਾ ਪ੍ਰੋਗਰੈਸ ਕਰ ਜਾਂਦੀ ਹੈ ਕਿ ਬਲੱਡ ਸਰਕੂਲੇਸ਼ਨ ਅੱਛੀ ਨਹੀਂ ਹੈ, ਨਰਵਸ ਦੀ ਸੈਂਸੇਸ਼ਨ ਅੱਛੀ ਨਹੀਂ ਹੈ, ਤੇ ਇਨਫੈਕਸ਼ਨ ਫਾਈਟਿੰਗ ਵੀ ਅੱਛੀ ਨਹੀਂ ਹੁੰਦੀ ਜਦੋਂ ਬਹੁਤ ਹਾਈ ਸ਼ੂਗਰ ਹੈ। ਤੇ ਫਿਰ ਉਹ ਅੰਗ ਨੂੰ ਕਈ ਵਾਰ ਕੱਟਣਾ ਪੈਂਦਾ, ਅਦਰਵਾਈਜ਼ ਉਹ ਸਾਰੀ ਇਨਫੈਕਸ਼ਨ ਪੂਰੀ ਬੋਡੀ 'ਚ ਫੈਲ ਸਕਦੀ ਹੈ, ਤੇ ਫਿਰ ਇਟ ਕੈਨ ਲੀਡ ਟੂ ਅ ਲੋਟ ਆਫ ਡੈਮੇਜ। ਸੋ ਕਈ ਲੋਕਾਂ ਨੂੰ ਟੋਜ਼ ਖਾਸ ਤੌਰ ਤੇ ਜਿਹੜੇ ਹੈ ਕਟਵਾਣੇ ਪੈਂਦੇ ਆ ਇਸੇ ਪ੍ਰੋਬਲਮ ਦੇ ਨਾਲ, ਕਿਉਂਕਿ ਬੋਨ 'ਚ ਇਨਫੈਕਸ਼ਨ ਚਲੀ ਗਈ ਤੇ ਉਹ ਕਦੇ ਹੀਲ ਨਹੀਂ ਹੋਈ, ਹਨਾ। ਔਰ ਉਹਦੇ ਕਰਕੇ ਸਪਰੈਡ ਆਊਟ ਹੋ ਸਕਦੀ ਹੈ। ਐਂਡ ਜੇ ਉਹ ਉਸ ਟਾਈਮ ਤੇ ਉਹ ਅੰਗ ਨਾ ਕੱਟਿਆ ਜਾਏ ਤਾਂ ਫਿਰ ਸਾਰੇ ਜਿਸਮ 'ਚ ਜਿਹਨੂੰ ਕਹਿੰਦੇ ਸਿਵੀਅਰ ਇਨਫੈਕਸ਼ਨ ਫੈਲ ਸਕਦੀ ਹੈ, ਤੇ ਇੱਥੋਂ ਤੱਕ ਕਿ ਅ ਪਰਸਨ ਮੇ ਨਾਟ ਸਰਵਾਈਵ। ਸੋ ਇਹ ਬਹੁਤ ਫੇਟਲ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ, ਤੇ ਇਸੇ ਕਰਕੇ ਉਹ ਫਿਰ ਉਹ ਅੰਗ ਰਿਮੂਵ ਕਰਨਾ ਪੈਂਦਾ। ਜੀ ਡਾਕਟਰ ਗਿੱਲ, ਤੁਸੀਂ ਐਂਡੋਕ੍ਰਿਨੋਲੋਜਿਸਟ ਹੋ, ਕਿਡਨੀਜ਼ ਦੇ ਸੰਬੰਧ ਦੇ ਵਿੱਚ ਜਦੋਂ ਡਾਇਬਟੀਜ਼ ਨੂੰ ਰਿਲੇਟ ਕਰਕੇ ਵੇਖਦੇ ਹਾਂ, ਬਹੁਤ ਗੂੜਾ ਸੰਬੰਧ ਹੈ। ਜੀ ਬਹੁਤ ਗੂੜਾ। ਡਾਇਬਟੀਜ਼ ਦਾ ਐਕਚੁਅਲੀ ਹਰ ਉਸ ਅੰਗ ਦੀ ਬਿਮਾਰੀ ਨਾਲ ਸੰਬੰਧ ਹੈ ਜਿਹਨੂੰ ਕਿ ਹੈਲਦੀ ਸਰਕੂਲੇਸ਼ਨ ਚਾਹੀਦੀ ਹੈ। ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਸਾਰੀ ਬੋਡੀ ਨਾਲ ਸੰਬੰਧ ਹੈ। ਸੋ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਅੱਖਾਂ ਦੀ, ਲਿੰਬਸ ਦੀ ਅਸੀਂ ਗੱਲ ਕੀਤੀ, ਤੇ ਕਿਡਨੀਜ਼ ਬਹੁਤ ਇੰਪੋਰਟੈਂਟ ਹੈ। ਇਹ ਸਭ ਤੋਂ ਪਹਿਲਾਂ ਇਹ ਤਿੰਨ ਚੀਜ਼ਾਂ ਤੇ ਅਸਰ ਪੈਂਦਾ ਡਾਇਬਟੀਜ਼ ਦੇ ਨਾਲ, ਸਾਡੀਆਂ ਆਈਜ਼ ਤੇ, ਸਾਡੇ ਹੱਥਾਂ ਪੈਰਾਂ ਤੇ, ਔਰ ਸਾਡੀ ਕਿਡਨੀਜ਼ ਤੇ। ਸੋ ਜਦੋਂ ਸ਼ੂਗਰ ਵਧੀ ਹੁੰਦੀ ਹੈ ਤਾਂ ਜਿਹੜੀ ਸਾਡੀ ਕਿਡਨੀ ਉਹ ਪ੍ਰੋਪਰਲੀ ਜਿਵੇਂ ਉਹ ਉਸਨੂੰ ਕੰਮ ਕਰਨਾ ਚਾਹੀਦਾ ਉਵੇਂ ਨਹੀਂ ਕਰ ਪਾਉਂਦੀ, ਯੂਰਿਨ ਦੇ ਵਿੱਚ ਪ੍ਰੋਟੀਨ ਲੀਕ ਹੋਣ ਲੱਗ ਜਾਂਦਾ, ਜਿਹੜਾ ਕਿ ਪਹਿਲਾ ਸਾਈਨ ਹੈ ਕਿ ਸ਼ੂਗਰ ਨੇ ਕਿਡਨੀ ਨੂੰ ਖਰਾਬ ਕਰਨਾ ਸ਼ੁਰੂ ਕਰਤਾ। ਸੋ ਹਰ ਜਿਵੇਂ ਜੇ ਪਹਿਲੀ ਵਾਰੀ ਜਦੋਂ ਆਪਾਂ ਚੈੱਕ ਕਰਦੇ ਹਾਂ ਯੂਰਿਨ ਦਾ ਟੈਸਟ, ਸਿੰਪਲ ਟੈਸਟ ਨਾਲ ਡਿਟੈਕਟ ਹੋ ਜਾਂਦਾ। ਇਹ ਨਹੀਂ ਹੈ ਕਿ ਕੋਈ ਬਹੁਤ ਐਡਵਾਂਸ ਟੈਸਟ ਕਰਨੇ ਪੈਂਦੇ, ਇੱਕ ਸਿੰਪਲ ਬਲੱਡ ਟੈਸਟ ਤੇ ਇੱਕ ਸਿੰਪਲ ਪਿਸ਼ਾਬ ਦੇ ਟੈਸਟ ਨਾਲ ਪਤਾ ਲੱਗ ਜਾਂਦਾ ਕਿ ਸ਼ੂਗਰ ਨੇ ਕਿਡਨੀ ਤੇ ਅਸਰ ਕੀਤਾ ਹੈ ਜਾਂ ਨਹੀਂ ਕੀਤਾ ਹਜੇ। ਤੇ ਜੇ ਅਸੀਂ ਉਹਨੂੰ ਉੱਥੇ ਹੀ ਰੋਕ ਲਈਏ, ਸਪੋਜ਼ ਕਰੋ ਪਹਿਲੀ ਵਾਰੀ ਸਾਨੂੰ ਪਤਾ ਲੱਗੇ ਕਿ ਥੋੜੀ ਜਿਹੀ ਪ੍ਰੋਬਲਮ ਹੈ, ਅਗਰ ਅਸੀਂ ਸ਼ੂਗਰ ਕੰਟਰੋਲ, ਬਲੱਡ ਪ੍ਰੈਸ਼ਰ ਕੰਟਰੋਲ, ਕੋਲੈਸਟਰੋਲ ਕੰਟਰੋਲ, ਇਹ ਸਾਰੀਆਂ ਚੀਜ਼ਾਂ ਕਰ ਲੈਂਦੇ ਹਾਂ ਤਾਂ ਕਿਡਨੀ ਡੈਮੇਜ ਨਹੀਂ ਹੋਏਗੀ। ਅਦਰਵਾਈਜ਼ ਅਗਰ ਅਸੀਂ ਡਾਇਬਟੀਜ਼ ਅਨਕੰਟਰੋਲ ਛੱਡ ਦਈਏ ਤਾਂ ਕਿਡਨੀ ਹੌਲੀ ਹੌਲੀ ਖਰਾਬ ਹੋ ਜਾਂਦੀ ਹੈ, ਕਿਡਨੀ ਫੇਲ ਹੋ ਜਾਂਦੀ ਹੈ, ਤੇ ਫਿਰ ਡਾਇਲਿਸਿਸ ਦੀ ਨੌਬਤ ਆ ਜਾਂਦੀ ਹੈ। ਰਾਈਟ। ਡਾਇਲਿਸਿਸ ਦੇ ਨਾਲ ਫਿਰ ਤੁਹਾਨੂੰ ਟ੍ਰਾਂਸਪਲਾਂਟ ਵਾਸਤੇ ਵੀ ਖਿਆਲ ਕਰਨਾ ਪਏਗਾ। ਜੀ ਬਿਲਕੁਲ। ਫਿਰ ਅਗਰ ਤੁਸੀਂ ਕੈਂਡੀਡੇਟ ਹੈਗੇ ਹੋ ਫਿਰ ਟ੍ਰਾਂਸਪਲਾਂਟ ਵੱਲ, ਅਗਰ ਐਂਡ ਕਾਫੀ ਲੋਕ ਜਿਹੜੇ ਹੈਗੇ ਆ ਉਸ ਹੱਦ ਤੱਕ ਨਹੀਂ ਪਹੁੰਚ ਪਾਉਂਦੇ, ਤੇ ਡਾਇਲਿਸਿਸ ਇਟਸੈਲਫ ਕਰਾਉਣਾ ਬਹੁਤ ਮੁਸ਼ਕਿਲ ਹੈ, ਤੇ 3 ਵਾਰੀ ਜਾਣਾ ਪੈਂਦਾ ਹਸਪੀਟਲ ਹਫਤੇ ਦੇ ਵਿੱਚ, ਤੇ ਬਹੁਤ ਮੁਸ਼ਕਿਲ ਫਿਰ ਟਾਈਮ ਗੁਜ਼ਰਦਾ। ਓਕੇ, ਰਾਈਟ। ਗੱਲਬਾਤ ਅਸੀਂ ਜਾਰੀ ਰੱਖਾਂਗੇ। ਡਾਕਟਰ ਸਾਹਿਬਾ, ਇੱਕ ਟੈਕਸਟ ਮੈਸੇਜ ਸਾਡੇ ਕੋਲ ਹੈ। ਸੰਜੀਵ ਜੀ ਦਾ ਕਹਿਣਾ ਇਹ ਹੈ ਕਿ ਇੰਡੀਆ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਕਹਿੰਦੇ ਇੱਥੇ ਆ ਕੇ ਮਹਿਸੂਸ ਹੋਈ ਹੈ। ਕਹਿੰਦੇ ਇੱਕ ਤਾਂ ਸਾਡਾ ਪੁੱਠਾ ਸਿੱਧਾ ਖਾ ਹੋ ਜਾਂਦਾ ਵੀਕਐਂਡ ਤੇ, ਉਹਨਾਂ ਨੇ ਆਪ ਲਿਖਿਆ, ਤੇ ਫਿਰ ਕਹਿੰਦੇ ਕਿ ਇੱਥੇ ਸਟ੍ਰੈਸ ਫੈਕਟਰ ਬਹੁਤ ਜ਼ਿਆਦਾ ਕੰਮ ਆਉਂਦਾ, ਤੇ ਮੇਰੇ ਡਾਕਟਰ ਕਹਿੰਦੇ ਆ ਕਿ ਤੁਸੀਂ ਪ੍ਰੀ ਡਾਇਬਟਿਕ ਹੋ। ਹਾਂਜੀ। ਸੋ ਜੇ ਤੁਹਾਨੂੰ ਸ਼ੁਰੂ 'ਚ ਪਤਾ ਲੱਗ ਜਾਏ ਕਿ ਤੁਸੀਂ ਪ੍ਰੀ ਡਾਇਬੈਟਿਕ ਹੋ ਤਾਂ ਡਾਇਬਟੀਜ਼ ਤੱਕ ਨੌਬਤ ਨਾ ਆਵੇ, ਉਹਦੇ ਲਈ ਕੁਝ ਸਟੈਪਸ ਤੁਸੀਂ ਲੈ ਸਕਦੇ ਹੋ। ਡੈਫੀਨੇਟਲੀ ਸਟ੍ਰੈਸ ਫੈਕਟਰ ਇੱਕ ਅਜਿਹਾ ਫੈਕਟਰ ਜਿਹੜਾ ਸਾਡੇ ਇਨਵਾਇਰਨਮੈਂਟ ਤੋਂ ਆਉਂਦਾ। ਅਗਰ ਤੁਸੀਂ ਰੀਸੈਂਟਲੀ ਮੂਵ ਹੋਏ ਹੋ ਜਾਂ ਤੁਹਾਨੂੰ ਜੌਬ ਦਾ ਸਟ੍ਰੈਸ ਹੈ, ਸਟ੍ਰੈਸ ਪਲੇਜ਼ ਅ ਰੋਲ, ਕਿਉਂਕਿ
ਇੱਕ ਤਾਂ ਸਟ੍ਰੈਸ ਦੇ ਨਾਲ ਜਦੋਂ ਤੁਸੀਂ ਸਟ੍ਰੈਸ ਵਿੱਚ ਹੁੰਦੇ ਹੋ ਤੁਸੀਂ ਆਪਣੀ ਹੈਲਥ 'ਤੇ ਇੰਨਾ ਫੋਕਸ ਨਹੀਂ ਕਰ ਰਹੇ, ਮੇਬੀ ਤੁਹਾਡਾ ਮਨ ਨਹੀਂ ਕਰ ਰਿਹਾ ਐਕਸਰਸਾਈਜ਼ ਕਰਨ ਦਾ, ਜਾਂ ਤੁਸੀਂ ਚਾਹ ਰਹੇ ਹੋ ਕਿ ਕੁਝ ਕੰਫਰਟ ਫੂਡ ਖਾ ਲਿਆ ਜਿਹਦੇ ਵਿੱਚ ਜਿਹੜਾ ਜ਼ਿਆਦਾ ਸਵਾਦ ਲੱਗਦਾ ਉਹ ਸਟ੍ਰੈਸ ਨੂੰ ਰਿਡਿਊਸ ਕਰਨ ਲਈ, ਫਿਰ ਸਾਡਾ weight ਹੋਰ ਵਧਣ ਲੱਗ ਜਾਂਦਾ ਹੈ। ਕਈ ਲੋਕਾਂ ਨੂੰ ਸਟ੍ਰੈਸ ਨਾਲ ਡਿਪਰੈਸ਼ਨ ਆ ਜਾਂਦਾ ਜਿਹਦੀਆਂ ਫਿਰ ਹੋਰ ਪ੍ਰੋਬਲਮਸ ਆਉਂਦੀਆਂ। ਸੋ ਸਟ੍ਰੈਸ ਨੂੰ ਜਿੰਨਾ ਅਸੀਂ ਕੰਟਰੋਲ ਕਰ ਸਕਦੇ ਹਾਂ ਇਟਸ ਗੁੱਡ। ਜੇ ਅਸੀਂ ਸਟ੍ਰੈਸ ਨੂੰ ਨਹੀਂ ਚੇਂਜ ਕਰ ਸਕਦੇ ਤਾਂ ਅਸੀਂ ਐਟਲੀਸਟ ਆਪਣਾ ਰਿਸਕ ਘਟਾਉਣ ਦੇ ਲਈ ਰੈਗੂਲਰ ਐਕਸਰਸਾਈਜ਼ ਕਰ ਸਕਦੇ ਹਾਂ। ਹਰ ਰੋਜ਼ 30 ਮਿੰਟਸ ਅਸੀਂ ਜੇ ਹਫਤੇ 'ਚ 5 ਦਿਨ ਵੀ ਕਰੀਏ, ਅਗਰ ਜ਼ਿਆਦਾ ਹੋ ਸਕੇ ਤਾਂ ਬਹੁਤ ਵਧੀਆ। ਅਸੀਂ ਖਾਣਾ ਖਾਈਏ ਪਰ ਉਹ ਜੋ ਸਾਨੂੰ ਹੈਲਦੀ ਹੈ, ਜਿਹੜੀ ਚੀਜ਼ ਸਾਨੂੰ ਨੁਕਸਾਨ ਕਰੇ ਜਿਵੇਂ ਮਿੱਠੇ ਵਾਲੀਆਂ ਚੀਜ਼ਾਂ ਹੋ ਗਈਆਂ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਫ ਕੋਰਸ ਕਾਮਨ ਨੌਲੇਜ ਹੈ ਫਰੂਟਸ ਤੇ ਵੈਜੀਟੇਬਲਸ ਦੀ ਇਨਟੇਕ ਜ਼ਿਆਦਾ ਹੋਣੀ ਚਾਹੀਦੀ ਹੈ, ਸੈਲਡ ਖਾਣੇ ਚਾਹੀਦੇ ਹੈ, ਪ੍ਰੋਟੀਨ ਵਾਲੀਆਂ ਚੀਜ਼ਾਂ ਦਾਲਾਂ ਜ਼ਿਆਦਾ ਖਾਣੀਆਂ ਚਾਹੀਦੀਆਂ, ਬੀਨਸ ਖਾਣੀਆਂ ਚਾਹੀਦੀਆਂ। ਅਗਰ ਤੁਸੀਂ ਨੋਨ ਵੈਜੀਟੇਰੀਅਨ ਹੋ ਚਿਕਨ ਫਿਸ਼ ਦੋਜ਼ ਆਰ ਗੁੱਡ ਆਪਸ਼ਨਸ ਟੂ ਹੈਵ। ਸਾਨੂੰ ਰਾਈਸ ਤੇ ਰੋਟੀ ਤੇ ਕਾਰਬੋਹਾਈਡਰੇਟ ਜਾਂ ਸਟਾਰਚ ਵਾਲੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਘੱਟ ਖਾਣੀਆਂ ਚਾਹੀਦੀਆਂ। ਸੋ ਅਗਰ ਅਸੀਂ ਹੈਲਦੀ ਖਾਣਾ ਖਾਵਾਂਗੇ ਤੇ ਐਕਸਰਸਾਈਜ਼ ਵੀ ਕਰਾਂਗੇ ਤਾਂ ਨਾਟ ਓਨਲੀ ਵੀ ਵਿਲ ਰਿਡਿਊਸ ਆ ਰਿਸਕ ਆਫ ਡਾਇਬਟੀਜ਼, ਉਹ ਡਾਇਬਟੀਜ਼ ਦਾ ਰਿਸਕ ਤਾਂ ਘਟੇਗਾ ਹੀ, ਨਾਲ ਦੀ ਨਾਲ ਸਾਡੀ ਇਮੋਸ਼ਨਲ ਹੈਲਥ ਵੀ ਉਹਦੇ ਨਾਲ ਇੰਪਰੂਵ ਹੁੰਦੀ ਹੈ, ਡਿਪਰੈਸ਼ਨ ਘਟਦਾ ਹੈ, ਬੋਡੀ ਦੇ ਵਿੱਚ ਹੀਲਿੰਗ ਦੀ ਕੈਪੈਸਿਟੀ ਥੋੜ੍ਹੀ ਜ਼ਿਆਦਾ ਬਣਨ ਲੱਗਦੀ ਹੈ ਤੇ ਅਸੀਂ ਕੰਪਲੀਕੇਸ਼ਨਸ ਤੋਂ ਵੀ ਬਚਦੇ ਹਾਂ। ਇੱਕ ਹੋਰ ਟੈਕਸਟ ਮੈਸੇਜ ਆਇਆ, ਉਹਨਾਂ ਨੇ ਪੁੱਛਿਆ ਕਿ ਡਾਕਟਰ ਸਾਹਿਬ ਨੂੰ ਪੁੱਛੋ ਕਿ ਕੀ ਅਸੀਂ ਜਿੱਦਾਂ ਹੋਮਿਓਪੈਥੀ ਆਯੁਰਵੇਦ ਦਵਾਈਆਂ ਦੀ ਗੱਲ ਹੁੰਦੀ ਆ ਉਹ ਲੈ ਸਕਦੇ ਹਾਂ? ਹਾਂਜੀ, ਸੋ ਸਾਰੀਆਂ ਮੈਡੀਸਨ ਦੀਆਂ ਜਿਹੜੀਆਂ ਬ੍ਰਾਂਚਿਸ ਹੈ, ਜਿਵੇਂ ਆਯੁਰਵੇਦਾ ਵੀ ਇੱਕ ਬਹੁਤ ਪੁਰਾਣੀ ਮੈਡੀਸਨ ਦੀ ਬ੍ਰਾਂਚ ਹੈਗੀ ਹੈ ਇੰਡੀਆ ਦੇ ਵਿੱਚ, ਕਿੰਨੇ ਬਹੁਤ ਪੁਰਾਣੇ ਅਰਸੇ ਤੋਂ ਹੈ। ਤੁਸੀਂ ਆਯੁਰਵੈਦਿਕ ਮੈਡੀਸਨਸ ਲੈ ਸਕਦੇ ਹੋ। ਮੈਂ ਆਯੁਰਵੇਦਾ 'ਚ ਨਹੀਂ ਟ੍ਰੇਨਿੰਗ ਕੀਤੀ ਪਰ ਮੈਂ ਇਹ ਕਹਿ ਸਕਦੀ ਹਾਂ ਕਿ ਸਾਨੂੰ ਕਈ ਵਾਰ ਇਹ ਨਹੀਂ ਪਤਾ ਹੁੰਦਾ ਕਿ ਅਗਰ ਅਸੀਂ ਹੋਮਿਓਪੈਥੀ ਦੇ ਨਾਲ ਆਯੁਰਵੈਦਿਕ ਮੈਡੀਸਨ ਲੈ ਰਹੇ ਹਾਂ ਜਾਂ ਉਹਨਾਂ ਦੋਨਾਂ ਦੇ ਨਾਲ ਅਸੀਂ ਐਲੋਪੈਥੀ, ਜਿਹਨੂੰ ਅਸੀਂ ਵੈਸਟਰਨ ਮੈਡੀਸਨ ਜਿਹੜਾ ਕਰੰਟ ਦਵਾਈਆਂ ਅਸੀਂ ਇੱਥੇ ਪ੍ਰਿਸਕ੍ਰਾਈਬ ਕਰਦੇ ਹਾਂ, ਕਿ ਉਹਨਾਂ ਦੇ ਆਪਸ 'ਚ ਕੀ ਇੰਟਰੈਕਸ਼ਨਸ ਹੋਣਗੀਆਂ। ਹੋ ਸਕਦਾ ਕੋਈ ਇੰਟਰੈਕਸ਼ਨ ਨਾ ਹੋਵੇ ਪਰ ਹੋ ਸਕਦਾ ਹੈ ਕਿ ਉਹ ਇਕੱਠੇ ਲੈਣ ਦੇ ਨਾਲ ਕੋਈ ਐਸਾ ਸਾਈਡ ਇਫੈਕਟ ਵੀ ਆ ਜਾਏ ਜਿਹਦੀ ਕਿ ਸਾਨੂੰ ਨੌਲੇਜ ਹੀ ਨਹੀਂ ਸੀਗੀ। ਠੀਕ ਹੈ, ਸੋ ਇਹ ਇੱਕ ਰਿਸਕ ਹੈ। ਸੋ ਇਹ ਆਪਣੇ ਰਿਸਕ ਦੇ ਜ਼ਰੂਰ ਲੈ ਸਕਦੇ ਹੋ ਬਟ ਮਿਕਸ ਕਰਨਾ ਦਵਾਈਆਂ ਨੂੰ ਯੂਜੂਅਲੀ ਇਜ਼ ਨਾਟ ਅ ਗੁੱਡ ਆਈਡੀਆ। ਤੁਸੀਂ ਜਿਹੜੀ ਵੀ ਕਿਸਮ ਦੀ ਦਵਾਈ ਲੈ ਰਹੇ ਹੋ ਪਹਿਲਾਂ ਉਹ ਦਵਾਈ ਲੈ ਕੇ ਉਹਦੇ ਇਫੈਕਟਸ ਦੇਖ ਕੇ ਕਿ ਸ਼ੂਗਰ ਲੋਅਰ ਹੋ ਰਹੀ ਹੈ ਜਾਂ ਨਹੀਂ, ਜਾਂ ਜੇ ਬਲੱਡ ਪ੍ਰੈਸ਼ਰ ਲਈ ਲੈ ਰਹੇ ਹੋ, ਜਿਸ ਚੀਜ਼ ਲਈ ਵੀ ਲੈ ਰਹੇ ਹੋ ਤੁਸੀਂ ਉਹਨੂੰ ਫੋਲੋ ਕਰੋ। ਜੇ ਤੁਹਾਨੂੰ ਨਹੀਂ ਫਾਇਦਾ ਹੋ ਰਿਹਾ ਫਿਰ ਤੁਸੀਂ ਦੂਸਰੀ ਸਵਿਚ ਕਰ ਸਕਦੇ ਹੋ। ਪਰ ਫੂਡ ਜਿਹੜਾ ਹੈ, ਲੈਟਸ ਸੇ ਫੂਡ ਸ਼ੁੱਡ ਬੀ ਆਰ ਮੈਡੀਸਨ ਆਲਸੋ। ਸੋ ਜੇ ਅਸੀਂ ਆਪਣਾ ਫੂਡ ਸਹੀ ਕਰ ਲਈਏ ਤੇ ਉਹਦੇ ਨਾਲ ਤਾਂ ਫਿਰ ਕਿਸੇ ਕਿਸਮ ਦੀ ਦਵਾਈ ਵੀ ਲੈ ਸਕਦੇ ਹੋ, ਉਹਦੇ ਨਾਲ ਕੋਈ ਇੰਟਰੈਕਸ਼ਨ ਨਹੀਂ। ਬਿਲਕੁਲ। ਅੱਛਾ, ਤੇ ਇੱਕ ਹੋਰ ਮੈਂ ਤੁਹਾਡੇ ਨਾਲ ਵਾਕਿਆ ਸਾਂਝਾ ਕਰਦੀ ਹਾਂ। ਇੱਕ ਸਾਡਾ ਫਰੈਂਡ, ਤੇ ਉਹਨੂੰ ਮੀਟਰ ਕਿਹਾ ਡਾਕਟਰ ਨੇ ਕਿ ਉਹ ਤੁਸੀਂ ਲਾ ਕੇ ਆਪਣੇ ਸ਼ੂਗਰ ਲੈਵਲਸ ਚੈੱਕ ਕਰਦੇ ਰਿਹਾ ਕਰੋ। ਉਹ ਬਾਂਹ ਦੇ ਵਿੱਚ ਲਾ ਲਿਆ, ਇੱਥੇ ਫੋਨ ਵਾਰ-ਵਾਰ ਹੱਥ ਦੇ ਨਾਲ ਟੱਚ ਕਰੇ, ਉਹ ਮੇਰੇ ਇੰਨੇ ਲੈਵਲਸ ਠੀਕ ਹੋ ਗਏ, ਅੱਜ ਮੈਂ ਖਾਣਾ ਠੀਕ ਖਾਧਾ, ਅੱਜ ਮੈਂ ਪੀ ਲਈ ਸੀ, ਇੱਦਾਂ ਹੋ ਗਿਆ। ਉਹ ਵੀ ਫਰੀਕੁਐਂਟ ਚੈਕਿੰਗ ਤੇ ਫਿਰ ਇਹ ਕਰਨ ਦੀ ਕੋਸ਼ਿਸ਼ ਕਿ ਵੀ ਮੈਨੂੰ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਸੋ ਜਿਹੜੇ ਅੱਜ ਕੱਲ੍ਹ ਬੜਾ ਐਡਵਾਂਸਡ ਮੀਟਰਸ ਆ ਗਏ, ਜਿਵੇਂ ਪਹਿਲਾਂ ਤਾਂ ਹਮੇਸ਼ਾ ਹੀ ਫਿੰਗਰ ਪ੍ਰਿਕ ਕਰਨੀ ਪੈਂਦੀ ਸੀਗੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਫ੍ਰੀ ਸਟਾਈਲ ਲਿਬਰੇ ਜਾਂ ਕੁਝ ਹੋਰ ਤਰ੍ਹਾਂ ਦੇ ਜਿਵੇਂ ਡੈਕਸਕੋਮ ਸੈਂਸਰਸ ਨੇ, ਇਹ ਉਹਨਾਂ ਲਈ ਯੂਜ਼ ਕਰਨਾ ਫਾਇਦੇਮੰਦ ਹੈ ਜਿਹੜੇ ਇੱਕ ਤੋਂ ਜ਼ਿਆਦਾ ਵਾਰ ਇਨਸੂਲਿਨ ਲਗਾ ਰਹੇ ਆ ਦਿਨ ਦੇ ਵਿੱਚ, ਤੇ ਉਹਨਾਂ ਨੂੰ ਬਾਰ-ਬਾਰ ਚੈੱਕ ਕਰਕੇ ਦੇਖਣਾ ਪੈਂਦਾ ਕਿ ਉਹਨਾਂ ਨੂੰ ਕਿੰਨਾ ਟੀਕਾ ਲਗਾਉਣ ਦੀ ਲੋੜ ਹੈ। ਉਹਨਾਂ ਲਈ ਬਹੁਤ ਫਾਇਦੇਮੰਦ ਹੈ। ਪਰ ਜੇ ਕੋਈ ਸਿਰਫ ਮੈਡੀਸਨ ਲੈ ਰਹੇ ਹੈ ਉਹਨਾਂ ਨੂੰ ਇੰਨਾ ਜ਼ਿਆਦਾ ਚੈੱਕ ਕਰਨ ਦੀ ਲੋੜ ਨਹੀਂ, ਤੇ ਉਹ ਜ਼ਿਆਦਾ ਲੋੜ ਤੋਂ ਜ਼ਿਆਦਾ ਫਿਰ ਸਟ੍ਰੈਸ ਹੁੰਦਾ ਹੈ ਕਿ ਬਾਰ-ਬਾਰ ਚੈੱਕ ਕਰਨਾ। ਬਟ ਓਨਾ ਹੀ ਚੈੱਕ ਕਰੋ ਜਿੰਨਾ ਤੁਹਾਡੇ ਡਾਕਟਰ ਨੇ ਤੁਹਾਨੂੰ ਕਿਹਾ ਕਿ ਲੋੜ ਹੈ ਤੁਹਾਨੂੰ ਚੈੱਕ ਕਰਨ ਦੀ। ਟੈਨਸ਼ਨ ਨਹੀਂ ਵੱਧਦੀ ਹੈ। ਟੈਨਸ਼ਨ ਨਹੀਂ। ਡਾਕਟਰ ਗਿੱਲ, ਇਸ ਵੇਲੇ ਫੋਨ ਕਾਲ ਹੈ। ਹਰਚਰਨ ਜੀ ਨੇ ਸਾਨੂੰ ਫੋਨ ਕੀਤਾ, ਜਾਣਦੇ ਹੋ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹਰਚਰਨ ਜੀ। ਹਾਂਜੀ, ਤੁਹਾਨੂੰ ਵੀ ਤੇ ਡਾਕਟਰ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਣੇ ਮੈਂ ਪੁੱਛਣਾ ਸੀ ਵੀ ਜਿਹੜਾ ਤੁਸੀਂ ਦੱਸਿਆ ਵੀ ਉਂਗਲੀਆਂ ਤੇ ਆਪਾਂ ਚੈੱਕ ਕਰਦੇ ਆ ਨਾ ਸ਼ੂਗਰ, ਇੱਕ ਹੋਰ ਚੀਜ਼ ਆ ਜਿਹੜੀ ਉਹਨਾਂ ਉਂਗਲੀਆਂ ਤੇ ਨਹੀਂ ਚੈੱਕ ਕਰਨਾ ਪੈਂਦਾ, ਉਹ ਕਿੱਦਾਂ ਮਿਲਦਾ ਤੇ ਕਿੱਥੋਂ ਮਿਲਦਾ? ਤੇ ਅੱਗੇ ਤਾਂ ਪੁੱਛਿਆ ਸੀ, ਉਹ ਤਾਂ ਕਹਿੰਦੇ ਸੀ ਵੀ ਕਾਫੀ ਮਹਿੰਗਾ ਆਉਂਦਾ, 5000 ਦਾ ਪਤਾ ਨਹੀਂ ਕੀ ਆ ਚੀਜ਼। ਵੀ ਉਹਦੇ ਬਾਬਤ ਮੈਂ ਪੁੱਛਣਾ ਵੀ ਉਹ ਗਿੱਲ ਸਾਹਿਬ ਚ ਜਾਣਦੇ ਤਾਂ ਉਹ ਦੱਸ। ਤੁਸੀਂ ਆਪਣੇ ਲਈ ਪੁੱਛਣਾ ਚਾਹ ਰਹੇ ਹੋ ਹਰਚਰਨ ਜੀ? ਹਾਂਜੀ, ਠੀਕ ਹੈ, ਮਿਹਰਬਾਨੀ। ਓਕੇ, ਹਾਂਜੀ। ਸੋ ਜਿਹੜੇ ਨਵੇਂ ਗਲੂਕੋਜ਼ ਚੈੱਕ ਕਰਨ ਦੇ ਡਿਵਾਈਸਿਸ ਜਾਂ ਮੀਟਰ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਫ੍ਰੀ ਸਟਾਈਲ, ਉਹਨੂੰ ਕਹਿ ਦਿੰਦੇ ਲਿਬਰੇ, ਇੱਕ ਡੈਕਸਕੋਮ ਹੈ। ਆਮ ਤੌਰ ਤੇ ਜੇ ਟਾਈਪ 2 ਡਾਇਬਟੀਜ਼ ਹੈ, ਅਸੀਂ ਕਹਿੰਦੇ ਹਾਂ ਅਗਰ ਲੋੜ ਹੈ ਬਾਰ-ਬਾਰ ਚੈੱਕ ਕਰਨ ਦੀ ਤਾਂ ਫ੍ਰੀ ਸਟਾਈਲ ਲਿਬਰੇ ਤੁਹਾਡੀ ਫਾਰਮੇਸੀ ਤੇ ਅਵੇਲੇਬਲ ਹੋਏਗਾ।
ਇਹਨਾਂ ਨੂੰ ਕੰਟੀਨਿਊਅਸ ਗਲੂਕੋਜ਼ ਮੋਨੀਟਰਿੰਗ ਡਿਵਾਈਸਿਸ ਕਹਿੰਦੇ ਆ, CGMs, ਤੇ ਇਹ ਡੈਫੀਨੇਟਲੀ ਜ਼ਿਆਦਾ ਐਕਸਪੈਂਸਿਵ ਹੈਗੇ, ਸਪੈਸ਼ਲੀ ਸੀਨੀਅਰਸ ਦੇ ਵਾਸਤੇ ਹਜੇ ਤੱਕ ਗਵਰਨਮੈਂਟ ਨੇ ਇਹਨਾਂ ਨੂੰ ਕਵਰ ਨਹੀਂ ਕੀਤਾ, ਜਿਹੜਾ ਕਿ ਜਿਹਨਾਂ ਸੀਨੀਅਰਸ ਨੂੰ ਲੋੜ ਹੈ ਬਾਰ-ਬਾਰ ਇਨਸੂਲਿਨ ਲੈਂਦੇ ਆ ਉਹਨਾਂ ਨੂੰ ਕਵਰਡ ਜੇ ਹੋ ਜਾਏ ਤਾਂ ਬਹੁਤ ਮਦਦ ਮਿਲੇਗੀ। ਤਕਰੀਬਨ ਇਹ 2 ਹਫ਼ਤੇ ਦੇ ਟਾਈਮ ਸਪੈਨ ਦੇ ਵਿੱਚ ਚੱਲਦਾ ਹੈ ਸੈਂਸਰ, 2 ਹਫ਼ਤੇ ਕੰਮ ਆਉਂਦਾ। ਇੱਕ ਸੈਂਸਰ ਅਗਰ ਤੁਸੀਂ ਲਓਗੇ ਰਫਲੀ, ਮੇਰਾ ਖਿਆਲ ਹੈ, ਮੈਨੂੰ ਐਗਜ਼ੈਕਟਲੀ ਨੰਬਰ ਨਹੀਂ ਪਤਾ, ਪਰ $80 ਜਾਂ $90 ਤੱਕ ਇੱਕ ਸੈਂਸਰ ਮਿਲਦਾ। ਸੋ ਜੇ ਮਹੀਨੇ ਦੇ 2 ਲਗਾ ਰਹੇ ਹੋ ਤੁਸੀਂ ਤਾਂ $180 ਦੇ ਆਸ-ਪਾਸ ਇਹਨਾਂ ਦੀ ਕੀਮਤ ਪੈਂਦੀ ਹੈ। ਸੋ ਐਕਸਪੈਂਸਿਵ ਨੇ ਨੋ ਡਾਊਟ, ਪਰ ਕਈ ਵਾਰ ਕੰਪੈਸ਼ਨੇਟ ਗਰਾਊਂਡਸ ਤੇ ਕਵਰ ਹੋ ਜਾਂਦੇ। ਸੋ ਤੁਸੀਂ ਆਪਣੇ ਡਾਕਟਰ ਨਾਲ, ਆਪਣੇ ਫਾਰਮਾਸਿਸਟ ਨਾਲ ਸਲਾਹ ਕਰ ਸਕਦੇ ਹੋ, ਉਹ ਤੁਹਾਨੂੰ ਫਿਰ ਗਾਈਡ ਕਰ ਦੇਣਗੇ। ਜ਼ਰੂਰ। ਡਾਕਟਰ ਗਿੱਲ, ਹੁਣ ਜਾਂਦਿਆਂ ਅਸੀਂ ਇਹ ਵੀ ਗੱਲ ਕਰ ਰਹੀਆਂ ਕਿ ਪ੍ਰੀਵੈਂਸ਼ਨ ਜਿਹੜੀ ਕਿ ਤੁਸੀਂ ਮੈਨੇਜ ਕਰਨ ਵਾਸਤੇ ਖਿਆਲ ਰੱਖਣਾ, ਦੂਸਰਾ ਟ੍ਰੀਟਮੈਂਟ। ਜੀ ਬਿਲਕੁਲ। ਸੋ ਜਿਵੇਂ ਅਸੀਂ ਗੱਲ ਕੀਤੀ ਕਿ ਡਾਇਬਟੀਜ਼ ਜੇ ਹੋ ਜਾਏ ਤਾਂ ਕਿੰਨੀਆਂ ਕੰਪਲਿਕੇਸ਼ਨਸ ਆ ਸਕਦੀਆਂ, ਨਾ ਸਿਰਫ ਆਈਜ਼ ਦੀ, ਕਿਡਨੀਜ਼ ਦੀ ਜਾਂ ਲਿੰਬਸ ਦੀ ਪ੍ਰੋਬਲਮ, ਬਲਕਿ ਹਾਰਟ ਡਿਜ਼ੀਜ਼ ਤੇ ਸਟ੍ਰੋਕ ਦਾ ਰਿਸਕ ਵੀ ਬਹੁਤ ਵੱਧ ਜਾਂਦਾ ਅਗਰ ਆਪਾਂ ਨੂੰ ਡਾਇਬਟੀਜ਼ ਹੈ। ਅੱਛਾ ਜੀ ਹਾਂ। ਸੋ ਜੇ ਕਿਸੇ ਨੂੰ ਡਾਇਬਟੀਜ਼ ਹੈ ਤੇ ਵਰਸਸ ਅ ਪਰਸਨ ਜਿਹਨੂੰ ਡਾਇਬਟੀਜ਼ ਨਹੀਂ ਹੈ, ਉਹਨਾਂ ਦਾ ਡਾਇਬਟੀਜ਼ ਵਾਲੇ ਪੇਸ਼ੈਂਟ ਦਾ ਹਾਰਟ ਡਿਜ਼ੀਜ਼ ਦਾ ਰਿਸਕ ਤੇ ਸਟ੍ਰੋਕ ਦਾ ਰਿਸਕ ਕਾਫੀ ਜ਼ਿਆਦਾ ਹੁੰਦਾ ਕੰਪੈਰੀਟਿਵਲੀ। ਸੋ ਬਹੁਤ ਜ਼ਰੂਰੀ ਹੈ। ਸੋ ਆਈ ਥਿੰਕ ਜੇ ਅਸੀਂ ਆਪਣਾ ਇੱਕ ਜਾਂਦੇ ਮੈਸੇਜ ਦੇਣਾ ਚਾਹੀਏ ਤਾਂ ਇਹ ਕਿ ਸਭ ਤੋਂ ਪਹਿਲਾਂ ਅਗਰ ਤੁਹਾਨੂੰ ਡਾਇਬਟੀਜ਼ ਨਹੀਂ ਹੈ ਤਾਂ ਪਲੀਜ਼ ਆਪਣਾ ਰਿਸਕ ਜਿਹੜਾ ਹੈ ਕੈਲਕੂਲੇਟ ਕਰੋ। ਡਾਇਬਟੀਜ਼ ਕੈਨਰਾ ਦੀ ਵੈਬਸਾਈਟ ਤੇ ਜਾਓ, ਉੱਥੇ ਕਈ ਲੈਂਗੁਏਜਸ ਵਿੱਚ ਇਹ ਰਿਸਕ ਕੈਲਕੂਲੇਟਰ ਅਵੇਲੇਬਲ ਹੈ। ਪ੍ਰੀਵੈਂਸ਼ਨ ਦੇ ਲਈ ਆਪਣੇ weight ਨੂੰ ਚੈੱਕ ਵਿੱਚ ਰੱਖਣਾ। ਜਿਵੇਂ ਮੈਂ ਦੱਸਿਆ ਕਿ BMI ਜਿਹੜੀ ਹੈਗੀ ਹੈ ਸਾਊਥ ਈਸਟ ਸਾਡੇ ਲੋਕਾਂ ਦੀ, ਜੇ 23 ਤੱਕ ਵੀ ਹੈ ਤਾਂ ਵੀ ਸਾਨੂੰ ਥੋੜਾ ਕੌਸ਼ੀਅਸ ਹੋ ਜਾਣਾ ਚਾਹੀਦਾ ਕਿ ਉਸ ਤੋਂ ਜ਼ਿਆਦਾ ਨਾ weight ਵਧੇ। ਤੇ ਉਸ ਤੋਂ ਬਾਅਦ ਆਪਣੀ ਡਾਇਟ, ਸੋ ਫਰੂਟਸ, ਵੈਜੀਟੇਬਲਸ, ਪ੍ਰੋਟੀਨ ਜ਼ਿਆਦਾ ਖਾਓ, ਕਾਰਬੋਹਾਈਡਰੇਟ ਖਾਓ ਡੈਫੀਨੇਟਲੀ, ਪਰ ਘੱਟ ਥੋੜੇ ਜੇ। ਤੇ ਡਾਇਟੀਸ਼ੀਅਨ ਨਾਲ ਮਿਲ ਸਕਦੇ ਹੋ, ਸਾਨੂੰ ਸਾਰਿਆਂ ਨੂੰ ਡਾਇਟੀਸ਼ੀਅਨ ਦੀ ਸਰਵਿਸ ਅਵੇਲੇਬਲ ਹੈ ਜੇ ਅਸੀਂ ਆਪਣੇ ਫੈਮਿਲੀ ਡਾਕਟਰ ਨਾਲ ਰਿਕੁਐਸਟ ਕਰਦੇ ਹਾਂ। ਤੇ ਫਿਰ ਜੇ ਕੁਝ ਵੀ ਨਹੀਂ ਕੰਮ ਕਰ ਰਿਹਾ ਐਂਡ ਇਫ ਯੂ ਹੈਵ ਡਿਵੈਲਪਡ ਡਾਇਬੀਟੀਜ਼ ਤਾਂ ਬਹੁਤ ਸਾਰੀਆਂ ਟਰੀਟਮੈਂਟਸ ਅਵੇਲੇਬਲ ਨੇ। ਤੇ ਜਿਵੇਂ ਟਾਈਮ ਗੁਜ਼ਰਦਾ ਜਾ ਰਿਹਾ, ਬਹੁਤ ਰਿਸਰਚ ਦੇ ਨਾਲ ਕਾਫੀ ਦਵਾਈਆਂ ਇਸ ਤਰ੍ਹਾਂ ਦੀਆਂ ਆ ਰਹੀਆਂ ਜਿਹੜੀਆਂ ਨਾ ਸਿਰਫ ਸੇਫ ਨੇ, ਸ਼ੂਗਰ ਘਟਾਉਂਦੀਆਂ ਨੇ, ਬਲਕਿ ਉਹਨਾਂ ਦੇ ਕੁਝ ਇਸ ਤਰ੍ਹਾਂ ਦੇ ਬੈਨੀਫਿਟਸ ਨੇ ਜਿਹਦੇ ਨਾਲ ਕਿ ਹਾਰਟ ਡਿਜ਼ੀਜ਼ ਦੇ ਉੱਪਰ ਥੋੜਾ ਬੈਨੀਫਿਟ ਹੁੰਦਾ। ਜਿਨ੍ਹਾਂ ਲੋਕਾਂ ਨੂੰ ਹਾਰਟ ਡਿਜ਼ੀਜ਼ ਹੈ ਉਹ ਜੇ ਉਹ ਪਰਟੀਕੂਲਰ ਦਵਾਈਆਂ ਲੈਂਦੇ ਨੇ ਤਾਂ ਡਾਇਬਟੀਜ਼ ਕੰਟਰੋਲ ਹੁੰਦੀ ਹੈ, ਭਾਰ ਘਟਦਾ, ਪਲੱਸ ਹਾਰਟ ਨੂੰ ਵੀ ਕੁਝ ਫਾਇਦਾ ਹੁੰਦਾ ਉਹਨਾਂ ਦਵਾਈਆਂ ਦੇ ਨਾਲ। ਸੋ ਇਸ ਤਰ੍ਹਾਂ ਕਰਕੇ ਸਟੈਪ ਬਾਏ ਸਟੈਪ ਵੀ ਸ਼ੁੱਡ ਗੋ। We should beat diabetes. We should beat diabetes step by step. ठीक है डॉक्टर गिल, thank you so much for being with us. आज information share की थी। Thank you for having me. जी।